ਤਨਾਸਰੀ ਮਹੱਲਾ ਪੰਜਵਾ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹਚਲ ਰਾਜ ਕਮਾਓ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹਚਲ ਰਾਜ ਕਮਾਓ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰਿ ਆਪ ਨਿਵਾਰੇ। ਆਪਦਾ ਭਈ ਬੇਤੀਤ ਰਹਾਉ। ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਭਾਜਨ ਥਾਕੇ। ਘਰ ਮੰਗਲ ਵਾਜਹ ਨਿਤ ਵਾਜੇ, ਆਪਣੇ ਖਸਮ ਨਿਵਾਜੇ। ਆਸ ਥਿਰ ਰਹੋ ਡੋਲੋ ਮਤ ਕਬਹੂ, ਗੁਰ ਕੈ ਬਚਨ ਆਧਾਰ। ਜੈ ਜੈਕਾਰ ਸਗਲ ਭੂਮੰਡਲ, ਮੁਖ ਊਜਲ ਦਰਬਾਰ। ਜਿਨ ਕੇ ਜੀਅ ਤਿਨਹਿ ਫੇਰੇ, ਆਪੇ ਭਇਆ ਸਹਾਈ। ਅਚਰਜ ਕੀਆ ਕਰਨੈ ਹਾਰੈ, ਨਾਨਕ ਸੱਚ ਵਡਿਆਈ। ਜਿਨ ਕੇ ਜੀਅ ਤਿਨਹਿ ਫੇਰੇ, ਆਪੇ ਭਇਆ ਸਹਾਈ। ਅਚਰਜ ਕੀਆ ਕਰਨੈ ਹਾਰੈ, ਨਾਨਕ ਸੱਚ ਵਡਿਆਈ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਰੋਜ਼ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਆਏ ਹੋਏ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ, ਹੁਕਮ ਦੀ ਵਿਚਾਰ ਸਰਵਣ ਕਰਦੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਜੋ ਪਾਵਨ ਪਵਿੱਤਰ ਸ਼ਬਦ ਸਾਨੂੰ ਹੁਕਮ ਰੂਪ ਦੇ ਅੰਦਰ ਬਖਸ਼ਿਸ਼ ਕੀਤਾ ਹੈ, ਇਹ ਪਵਿੱਤਰ ਅੰਮ੍ਰਿਤ ਬਚਨ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ, ਜ਼ਬਰ ਜ਼ੁਲਮ ਦਾ ਮੁਕਾਬਲਾ, ਸਬਰ ਔਰ ਰੱਬੀ ਭਾਣੇ ਦੇ ਰੂਪ ਵਿੱਚ ਮੰਨਣ ਵਾਲੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ
ਉਹਨਾਂ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੈ। ਇੱਕ ਤਾਂ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਦੀ ਆਪਾਂ ਵਿਚਾਰ ਕਰਾਂਗੇ। ਦੂਸਰਾ, ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਜਨਮ ਦਿਹਾੜਾ ਵੀ ਹੈ। ਪਾਹੂਵਿੰਡ ਵਿਖੇ ਵੀ, ਗੁਰਦੁਆਰਾ ਸ਼ਹੀਦਾਂ ਵਿਖੇ ਵੀ, ਔਰ ਖਾਸ ਕਰਕੇ ਕੱਲ੍ਹ ਉਹਨਾਂ ਦੇ ਜਨਮ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਹੋਇਆ। ਅੱਜ ਸਾਰਾ ਦਿਨ ਦੀਵਾਨ ਵੀ ਨੇ, ਔਰ ਸ਼ਹੀਦਾਂ ਵਿਖੇ ਅੱਜ ਬਾਬਾ ਦੀਪ ਸਿੰਘ ਜੀ ਦੇ ਸ਼ਹੀਦਗੰਜ ਅਸਥਾਨ ਤੇ ਅੰਮ੍ਰਿਤ ਸੰਚਾਰ ਵੀ ਹੋਣਾ ਹੈ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਸਤਿਗੁਰੂ ਦੇ ਸਨਮੁਖ ਹੋ ਕੇ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲੈ, ਸਤਿਗੁਰੂ ਜੀ ਦੀ ਰਹਿਤ ਨੂੰ ਜ਼ਿੰਦਗੀ 'ਚ ਕਮਾ ਕੇ ਗੁਰ ਪ੍ਰਸਾਦ ਦੇ ਪਾਤਰ ਬਣ ਸਕੀਏ। ਆਓ ਸ਼ਬਦ ਔਰ ਬਾਬਾ ਜੀ ਦੇ ਜੀਵਨ ਸੰਬੰਧੀ ਵੀ ਕੁਝ ਵਿਚਾਰਾਂ ਆਪ ਨਾਲ ਸਾਂਝੀਆਂ ਕਰਾਂਗਾ। ਆਪ ਜਿਤਨੇ ਇਸ ਅਸਥਾਨ ਤੇ ਬੈਠੇ ਹੋ, ਔਰ ਜੋ ਦੇਸ਼ ਪ੍ਰਦੇਸ਼ ਵਿਦੇਸ਼ਾਂ ਵਿੱਚ ਜਿਸ ਥਾਂ ਤੇ ਵੀ ਇਸ ਦੀਵਾਨ ਨੂੰ ਰੋਜ਼ ਸਰਵਣ ਕਰਦੇ ਹੋ, ਅਸੀਸ ਬਖਸ਼ੋ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ, ਆਪ ਜੀ ਅੰਦਰ ਦਾ ਟਿਕਾ ਬਖਸ਼ੋ। ਸਤਿਗੁਰੂ ਜੀ ਹਜ਼ੂਰ ਨੇ ਗੁਰੂ ਲਈ ਜਹਾਜ਼ ਸ਼ਬਦ ਦੀ ਵਰਤੋਂ ਵੀ ਕੀਤੀ ਹੈ। ਗੁਰੂ ਵਾਸਤੇ ਵੀ ਮਲਾਹ ਸ਼ਬਦ ਦਾ ਵੀ ਹਜ਼ੂਰ ਨੇ ਜ਼ਿਕਰ ਕੀਤਾ ਹੈ। ਜਿਵੇਂ ਹਜ਼ੂਰ ਦਾ ਬਚਨ ਹੁੰਦਾ ਹੈ, ਗੁਰ ਜਹਾਜ਼ ਖੇਵਟ ਗੁਰੂ, ਗੁਰਬਿਨ ਤਰਿਆ ਨਾ ਕੋਏ। ਉੱਥੇ ਸਤਿਗੁਰੂ ਨੂੰ ਜਹਾਜ਼ ਕਿਹਾ ਹੈ। ਔਰ ਖਾਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਸੰਬੰਧ ਵਿੱਚ ਭੱਟ ਸਾਹਿਬਾਨ ਇਹ ਬਚਨ ਕਰਦੇ ਨੇ ਕਿ ਇਸ ਘੋਰ ਕਲਯੁਗ ਦੇ ਸਮੇਂ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਇੱਕ ਜਹਾਜ਼ ਦੀ ਨਿਆਈ ਨੇ। ਆਮ ਤੌਰ ਤੇ ਜਹਾਜ਼ ਜਿਹੜਾ ਹੁੰਦਾ ਹੈ, ਉਸ ਦੇ ਸਮਾਨ ਦੀ ਜਾਂ ਉਸ ਵਿੱਚ ਬੈਠਣ ਵਾਲਿਆਂ ਦੀ ਲਿਮਟ ਹੁੰਦੀ ਹੈ, ਉਹਨਾਂ ਦੀ ਸੀਮਾ ਹੁੰਦੀ ਹੈ। ਭਾਵੇਂ ਸ਼ਿਪ ਹੋਵੇ, ਸਮੁੰਦਰੀ ਬੇੜਾ ਹੋਵੇ, ਸਮੁੰਦਰੀ ਜਹਾਜ਼ ਹੋਵੇ, ਭਾਵੇਂ ਹਵਾ ਵਿੱਚ ਉੱਡਣ ਵਾਲਾ ਹਵਾਈ ਜਹਾਜ਼ ਹੋਵੇ, ਉਹਨਾਂ ਦੇ ਬੈਠਣ ਦੀ ਸਮਰੱਥਾ ਹੈ। ਪਰ ਭੱਟਾਂ ਨੇ ਜਹਾਜ਼ ਸ਼ਬਦ ਜ਼ਰੂਰ ਵਰਤਿਆ, ਪਰ ਉਹ ਕਹਿੰਦੇ ਨੇ ਗੁਰੂ ਅਰਜਨ ਦੇਵ ਉਹ ਜਹਾਜ਼ ਨੇ ਜਿਹੜੇ ਅਸੀਮ ਨੇ, ਉਹਨਾਂ ਦੀ ਕੋਈ ਸੀਮਾ ਨਹੀਂ। ਕਹਿਣ ਤੋਂ ਮੁਰਾਦ ਕਿ ਉਹਨਾਂ ਦਾ ਸਹਾਰਾ, ਉਹਨਾਂ ਦਾ ਆਸਰਾ ਜੋ ਵੀ ਲਏਗਾ, ਗੁਰੂ ਅਰਜਨ ਦੇਵ ਉਹਨੂੰ ਭਵ ਸਾਗਰ ਤੋਂ ਪਾਰ ਕਰਨਗੇ। ਭੱਟ ਸਾਹਿਬਾਨ ਜੀ ਦਾ ਬਚਨ ਹੈ, ਕਲਯੁਗ ਜਹਾਜ਼ ਅਰਜਨ ਗੁਰੂ। ਇਸ ਘੋਰ ਕਲਯੁਗ ਦੇ ਸਮੇਂ ਵਿੱਚ ਗੁਰੂ ਅਰਜਨ ਦੇਵ ਜਹਾਜ਼ ਦੀ ਤਰ੍ਹਾਂ ਨੇ। ਕਲਯੁਗ ਜਹਾਜ਼ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗਭੇ ਤਰੋ। ਉਹ ਇੰਨੇ ਸਮਰੱਥ ਨੇ ਕਿ ਸਾਰੀ ਸ੍ਰਿਸ਼ਟੀ ਨੂੰ ਤਾਰ ਦਿੰਦੇ ਆ ਜਾਂ ਤਰ ਸਕਦੀ ਹੈ। ਇਹਦਾ ਮਤਲਬ ਕਿ ਆਹ ਜਿਹੜਾ ਸਤਿਗੁਰਾਂ ਦਾ ਬਚਨ ਹੈ, ਸ਼ਬਦ ਹੈ, ਇਹ ਸੱਚਮੁੱਚ ਜਹਾਜ਼ ਹੈ। ਜਿਵੇਂ ਸਮੁੰਦਰ ਦੀਆਂ ਛੱਲਾਂ ਵਿੱਚੋਂ, ਲਹਿਰਾਂ ਵਿੱਚੋਂ ਜਹਾਜ਼ ਬਚਾ ਕੇ ਮੰਜ਼ਿਲ ਤੇ ਪਹੁੰਚਾ ਦਿੰਦਾ ਹੈ, ਇਸੇ ਤਰ੍ਹਾਂ ਪਿਆਰਿਓ ਜਿਹੜਾ ਗੁਰੂ ਕਾ ਸ਼ਬਦ ਹੈ, ਇਸ ਭਵ ਸਾਗਰ ਵਿੱਚ ਜਹਾਜ਼ ਦੀ ਤਰ੍ਹਾਂ ਹੈ, ਜਿਹੜਾ ਸ਼ਬਦ ਦਾ ਓਟ ਆਸਰਾ ਲੈਂਦਾ ਹੈ,
ਸ਼ਬਦ ਜਹਾਜ਼ ਉਸ ਜੀਵ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ। ਉਂਝ ਵੈਸੇ ਇੱਕ ਲਫ਼ਜ਼ ਕਾਵਰੂ ਵਿੱਚ ਵੀ ਕਿਹਾ ਜਾਂਦਾ ਹੈ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਮੈਂ ਕਾਵਕ ਲਫ਼ਜ਼ ਵਰਤਿਆ ਹੈ ਜੀ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਸ ਅੰਮ੍ਰਿਤ ਸ਼ਬਦ ਨੂੰ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ ਹੈ। ਉਹਨਾਂ ਦੀ ਅੰਮ੍ਰਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 30 ਰਾਗਾਂ ਦੇ ਵਿੱਚ ਦਰਜ ਹੈ। ਉਹਨਾਂ 30 ਰਾਗਾਂ ਦੇ ਵਿੱਚੋਂ ਇੱਕ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਗ ਧਨਾਸਰੀ ਵਿੱਚ ਉਚਾਰਨ ਕੀਤਾ ਹੈ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਇਸ ਅੰਮ੍ਰਿਤ ਸ਼ਬਦ ਦੇ ਸੰਬੰਧ ਵਿੱਚ ਇੱਕ ਤਾਂ ਆਰੰਭ ਵਿੱਚ ਮੈਂ ਇਹ ਵੀ ਬੇਨਤੀ ਕਰਦਾ ਜਾਵਾਂ ਕਿ ਜੋ ਸ਼ਬਦਾਰਥ ਪੋਥੀਆਂ ਸ਼੍ਰੋਮਣੀ ਕਮੇਟੀ ਵੱਲੋਂ ਛਪੀਆਂ ਨੇ ਜਾਂ ਸੰਪਰਦਾਈ ਅਸੀਂ ਅਰਥ ਦੇਖਨੇ ਆ, ਇਹਨਾਂ ਤੁਕਾਂ ਦੀ ਇਸ ਸ਼ਬਦ ਦੀ ਭੂਮਿਕਾ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹ ਅੰਮ੍ਰਿਤ ਸ਼ਬਦ ਸਤਿਗੁਰਾਂ ਨੇ ਜਦੋਂ ਵਡਾਲੀ ਤੋਂ ਵਾਪਸ ਆਉਂਦੇ ਆ ਤੇ ਆਪਣੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ। ਮੇਰੀ ਫਿਰ ਬੇਨਤੀ ਹੈ, ਕੁਝ ਵਿਦਵਾਨਾਂ ਨੇ ਇਹਦੇ ਅਰਥ ਅੰਤਰੀਵ ਹੀ ਕੀਤੇ ਆ, ਇਹ 'ਚ ਕੋਈ ਸ਼ੱਕ ਨਹੀਂ। ਉੱਥੇ ਜਿੰਦੇ ਲਫ਼ਜ਼ ਵੀ ਵਰਤਿਆ ਹੈ ਕਿ ਹੇ ਮੇਰੀਏ ਜਿੰਦੇ ਤੂੰ ਵਾਪਸ ਆ ਜਾ। ਪਰ ਇਹ ਗੱਲ ਹੈ, ਮਨ ਨੂੰ ਤਾਂ ਕਹਿ ਸਕਨੇ ਆ ਤੂੰ ਵਾਪਸ ਆ ਜਾ, ਬਾਹਰ ਭੱਜਣਾ, ਪਰ ਜਿੰਦ ਸਰੀਰ ਵਿੱਚੋਂ ਨਿਕਲ ਜਾਏ ਤੇ ਛੇਤੀ ਕਿਉਂ ਵਾਪਸ ਆਉਂਦੀ ਕੋਈ ਨਹੀਂ। ਜਿੰਦ ਨਿਕਲੀ ਕੋਈ ਕਦੀ ਵਾਪਸ ਆਈ ਹੈ? ਇਸ ਸ਼ਬਦ ਦੇ ਸੰਬੰਧ ਵਿੱਚ ਮੈਂ ਫਿਰ ਅਰਜ਼ ਕਰਾਂ, ਇਹਦੀ ਭੂਮਿਕਾ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਡਾਲੀ ਗਏ। ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ ਤੇ ਉਸ ਵਕਤ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਜਿਵੇਂ ਬਾਬਾ ਪਿਰਥੀ ਚੰਦ ਜੀ ਨੇ ਵਿਰੋਧ ਕੀਤਾ, ਘਰ ਦੇ ਵਿੱਚ ਕਲੇਸ਼ ਪਾਇਆ, ਜਾਂ ਸੁਲੀ ਚੜ੍ਹ ਕੇ ਆਉਣ ਦੀ ਜ਼ਿਕਰ ਤਵਾਰੀਖ ਕਰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਨਮ ਤੋਂ ਬਾਅਦ ਉਹਨਾਂ ਉੱਤੇ ਉਹਨਾਂ ਨੂੰ ਖਤਮ ਕਰਨ ਦੇ ਲਈ ਹਮਲੇ ਕੀਤੇ ਗਏ, ਭਾਵੇਂ ਦਾਈ ਵੱਲੋਂ, ਭਾਵੇਂ ਖੜਾਵੇ ਵੱਲੋਂ, ਭਾਵੇਂ ਸਪੇਰੇ ਵੱਲੋਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਾਰਨ ਲਈ ਜਾਂ ਖਤਮ ਕਰਨ ਦੇ ਲਈ ਅਨੇਕਾਂ ਕੋਝੀਆਂ ਚਾਲਾਂ ਚਲੀਆਂ ਗਈਆਂ, ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬਿਲਕੁਲ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਤੇ ਕਿਹਾ ਜਾਂਦਾ ਹੈ ਜਦੋਂ ਇਹ ਸਾਰੀਆਂ ਘਟਨਾਵਾਂ, ਇਹ ਮੁਸੀਬਤਾਂ ਖਤਮ ਹੋ ਰਹੀਆਂ ਨੇ ਤੇ ਇਹ ਸ਼ਬਦ ਸਤਿਗੁਰਾਂ ਨੇ ਉਦੋਂ ਉਚਾਰਨ ਕੀਤਾ ਜਦੋਂ ਵਾਪਿਸ ਆਏ ਨੇ। ਤੇ ਇਸ ਨੂੰ ਜਿਹੜੀਆਂ ਭੂਮਿਕਾਵਾਂ ਨੇ ਜਾਂ ਉਥਾਨਕਾਵਾਂ ਨੇ, ਵਾਹਿਗੁਰੂ, ਐਵੇਂ ਅਸੀਂ ਹਰ ਉਥਾਨਕਾਂ ਨੂੰ ਖੰਡਨ ਨਾ ਕਰੀਏ। ਬਹੁਤ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਜਿਹੜੇ ਸਤਿਗੁਰੂ ਨੇ ਸਥਾਨ ਦੇ ਉੱਤੇ ਇੱਕ ਸਥਾਨ ਤੇ ਬੈਠ ਕੇ ਪਰਥਾਏ ਉਚਾਰਨ ਕੀਤੇ ਨੇ। ਕਿਸੇ ਦੇ ਪਰਥਾਏ ਕਹੇ ਨੇ, ਪਰ ਉਹ ਪਰਥਾਏ ਕਹੇ ਹੋਏ ਜਿਹੜੇ ਸ਼ਬਦ ਨੇ, ਉਚਾਰਨ ਕੀਤੇ ਜਿਹੜੇ ਸ਼ਬਦ ਨੇ, ਉਹ ਸਮਾਂ ਬੀਤਣ ਤੋਂ ਬਾਅਦ ਵੀ ਆਪਣੇ ਰੂਹਾਨੀ ਅਰਥ ਜਿਹੜੇ ਨੇ ਉਹਨਾਂ ਨੂੰ ਖਤਮ ਨਹੀਂ ਹੋਣ ਦਿੰਦੇ। ਉਦਾਹਰਨ ਦੇ ਤੌਰ ਤੇ ਜਿਵੇਂ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਈ ਸ਼ਬਦ ਪੜ੍ਹਨੇ ਆ, ਦੇਖੋ ਇੱਕ ਸ਼ਬਦ ਅਸੀਂ ਪੜ੍ਹਨੇ ਆ, ਉੱਜਲ ਕੇਹਾ ਚਿਲਕਣਾ, ਘੋਟਮ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ 100 ਧੋਵਾਂ ਤਿਸ। ਸੋਈ ਰਾਗ ਦਾ ਸ਼ਬਦ ਹੈ। ਇਸ ਦੇ ਅੰਮ੍ਰਿਤ ਬਚਨ ਰਹਾਉ ਨੇ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਸਨ। ਹਰ ਵਿਦਵਾਨ ਇਹ ਗੱਲ ਕਹਿੰਦਾ ਵੀ ਇਹ ਸ਼ਬਦ ਜਿਹੜਾ ਹਜ਼ੂਰ ਨੇ ਤੁਲੰਬੇ ਸੱਜਣ ਦੇ ਸੁਧਾਰ ਹਿਤ ਉਚਾਰਨ ਕੀਤਾ ਹੈ।
ਜਿਹਨੂੰ ਸੱਜਣ ਠੱਗ ਕਿਹਾ ਜਾਂਦਾ ਸੀ। ਬੜੀ ਵਾਰੀ ਆਪ ਜੀ ਨੇ ਹੁਕਮਨਾਮਾ ਵੀ ਆਇਆ। ਮੈਂ ਬੇਨਤੀ ਕਰਾਂਗਾ ਇਸ ਦੀ ਉਥਾਨਕਾਂ ਨੂੰ ਅਸੀਂ ਸਾਰੇ ਸਵੀਕਾਰ ਕਰਨੇ ਕਿ ਇਹ ਸ਼ਬਦ ਹਜ਼ੂਰ ਨੇ ਸੱਜਣ ਦੇ ਉਧਾਰ ਵਾਸਤੇ ਉਚਾਰਨ ਕੀਤਾ, ਪਰ ਉਹ ਤੁਲੰਬੇ ਦੀ ਧਰਤੀ ਤੇ ਉਚਾਰਿਆ। ਦੇਖੋ ਸਮਾਂ ਬੀਤਣ ਦੇ ਨਾਲ ਸੱਜਣ ਦਾ ਸਰੀਰ ਵੀ ਚਲਾ ਗਿਆ, ਪਰ ਜੋ ਸਤਿਗੁਰਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਰੂਹਾਨੀ ਸ਼ਬਦ ਉਚਾਰਨ ਕੀਤਾ, ਭਾਵੇਂ ਉਹ ਸੱਜਣ ਦੇ ਪਰਥਾਇਕ ਹੈ, ਪਰ ਅੱਜ ਵੀ ਉਹ ਸ਼ਬਦ ਆਪਣੀ ਪੂਰੀ ਮਹਾਨਤਾ ਰੱਖਦਾ ਹੈ। ਉਹ ਰੂਹਾਨੀ ਅਰਥ ਅੱਜ ਵੀ ਕਾਇਮ ਰੱਖਦਾ ਹੈ। ਜੁਗਾਂ ਜੁਗਾਂ ਤੱਕ ਉਹ ਸ਼ਬਦ ਦੇ ਅਰਥ ਰੂਹਾਨੀ ਕਾਇਮ ਰਹਿਣਗੇ। ਅੱਜ ਵੀ ਸਤਿਗੁਰੂ ਉਹਨਾਂ ਬਿਰਤੀ ਵਾਲੇ ਲੋਕਾਂ ਨੂੰ ਜਿਹੜੇ ਧਰਮ ਦਾ ਲਿਬਾਸ ਪਾਉਂਦੇ ਨੇ ਜਾਂ ਮਲੂਕੀ ਵੇਸ਼ ਰੱਖਦੇ ਨੇ, ਅੰਦਰੋਂ ਛਲ ਕਪਟ ਕਰਕੇ ਜੀਵਾਂ ਦਾ ਘਾਤ ਕਰਦੇ ਨੇ, ਸਤਿਗੁਰੂ ਦਾ ਇਹ ਸ਼ਬਦ ਅੱਜ ਵੀ ਉਹਨਾਂ ਦੇ ਪਰਥਾਏ ਰਹੇਗਾ। ਦੂਸਰਾ, ਜਦੋਂ ਅਸੀਂ ਸਤਿਗੁਰਾਂ ਦਾ ਇਹ ਬਚਨ ਪੜ੍ਹਨੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਤੇ 7 ਵਾਰਾਂ ਸਤਿਗੁਰਾਂ ਨੇ ਸ਼ਬਦ ਵੇ ਲਾਲੋ ਵਰਤਿਆ ਸ਼ਬਦ ਦੇ ਅੰਦਰ ਕਿ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਹੁਣ ਵੇ ਲਾਲੋ ਸੰਬੋਧਨ ਕੀਤਾ ਗਿਆ ਭਾਈ ਲਾਲੋ ਜੀ ਨੂੰ, ਪਰ ਸਮਾਂ ਬੀਤਣ ਦੇ ਨਾਲ ਭਾਵੇਂ ਉਹ ਸਾਰਾ ਸ਼ਬਦ ਉਸ ਵਕਤ ਦੇ ਆਉਣ ਵਾਲੇ ਸਮੇਂ ਦੇ ਹਾਲਾਤ ਵੀ ਦੱਸ ਰਿਹਾ, ਭਾਵੇਂ ਉਹ ਭਾਈ ਲਾਲੋ ਦੇ ਗ੍ਰਹਿ ਵਿਖੇ ਹਜ਼ੂਰ ਕਹਿ ਰਹੇ ਨੇ, ਪਰ ਗੁਰਮਖੋ ਸਦੀਆਂ ਲੰਘਣ ਤੋਂ ਬਾਅਦ ਵੀ ਉਹ ਸ਼ਬਦ ਆਪਣੀ ਰੂਹਾਨੀ ਜਿਹੜੀ ਬਖਸ਼ਿਸ਼ ਹੈ ਉਹਨੂੰ ਸਮੇਟ ਕੇ ਸਾਡੀ ਅਗਵਾਈ ਕਰਦਾ ਹੈ। ਇੱਕ ਨਹੀਂ ਬੜੇ ਬਚਨ ਨੇ, ਜਿਵੇਂ ਹੁਣ ਸੁਲਗੀ ਤੇ ਨਾਰਾਇਣ ਰਾਖ, ਇਹ ਵੀ ਤਾਂ ਸ਼ਬਦ ਦੀ ਉਥਾਨਕਾ ਇਹੀ ਹੈ ਨਾ ਕਿ ਸੁਲੀ ਦੀ ਮੌਤ ਹੁੰਦੀ ਹੈ, ਗੁਰੂ ਅਰਜੁਨ ਦੇਵ ਸ਼ਬਦ ਉਚਾਰਦੇ ਨੇ। ਇਸ ਤੋਂ ਪਹਿਲਾਂ ਜਿਹੜਾ ਇਹ ਬਚਨ ਪੜ੍ਹਿਆ ਜਾਂਦਾ, ਪ੍ਰਥਮੇ ਮਤਾ ਜੇ ਪੱਤਰੀ ਚਲਾਮੂ, ਦੁਤੀਆ ਮਤਾ ਦੋ ਮਾਨਕ ਪਹੁੰਚਾਮੂ, ਤ੍ਰਿਤੀਆ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਇਹ ਵੀ ਤਾਂ ਹਜ਼ੂਰ ਦਾ ਸ਼ਬਦ ਉਥਾਨਕਾ, ਇਹ ਹਿਸਟਰੀ ਵੀ ਇਹਦੇ ਵਿੱਚ ਹੈ। ਮੈਂ ਫਿਰ ਬੇਨਤੀ ਕਰਾਂਗਾ, ਕਈ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਭਗਤਾਂ ਦੇ, ਜਿਵੇਂ ਮੁਸ ਰੋਵੈ ਕਬੀਰ ਕੀ ਮਾਈ, ਇਹ ਵੀ ਉਥਾਨਕਾ ਤਾਂ ਹੈ ਨਾ। ਜਿਵੇਂ ਅਸੀਂ ਪਾਠ ਕਰਨੇ ਆ, ਹਸਤ ਖਿਲ ਤੇਰੇ ਦਿਉਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹਿੰੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਹੁਣ ਇਹ ਵੀ ਸ਼ਬਦ ਤਾਂ ਹਿਸਟਰੀ ਨੂੰ ਬਿਆਨ ਕਰਦਾ ਭਗਤ ਨਾਮਦੇਵ ਜੀ ਦੇ। ਮੈਂ ਫਿਰ ਬੇਨਤੀ ਕਰਾਂ, ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਇਹ ਵੀ ਤਵਾਰੀਖ ਦਾ ਜ਼ਿਕਰ ਕਰਦਾ। ਭੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋ ਮੂੰਡ ਮੈਂ ਮਾਰਿਓ, ਹਸਤ ਭਾਗ ਕੈ ਚੀਸਾਂ ਮਾਰੈ, ਇਆਂ ਮੂਰਤ ਕੈ ਖੌਂ ਬਲਿਹਾਰੈ, ਇਹ ਵੀ ਤਾਂ ਸ਼ਬਦ ਤਵਾਰੀਖ ਦੀ ਗੱਲ ਕਰ ਰਹੇ। ਜਿਵੇਂ ਅੰਮ੍ਰਿਤ ਬਾਣੀ ਵਿੱਚ ਸੁਲਤਾਨ ਪੁੱਛੇ ਸੁਨ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ, ਹਾਲਾਂ ਉਹ ਹੱਡ ਬੀਤੀ ਹੈ ਭਗਤ ਨਾਮਦੇਵ ਜੀ ਦੀ, ਪਰ ਉਸ ਦੀ ਉਥਾਨਕਾ ਵੀ ਮੈਂ ਬੇਨਤੀ ਕਰਾਂਗਾ ਵਾਪਰੀ ਕੋਈ ਘਟਨਾ ਨਾਲ ਸੰਬੰਧਿਤ ਹੈ। ਤੇ ਜੇ ਇਹਦੇ ਅਰਥ ਅਸੀਂ ਇਹ ਵੀ ਕਰਾਂਗੇ ਕਿ ਮਹਾਰਾਜ ਵਾਪਿਸ ਹੁੰਦੇ ਆ ਤੇ ਹਜ਼ੂਰ ਨੇ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ, ਤੇ ਇਹ ਕੋਈ ਅਤ ਕਥਨੀ ਨਹੀਂ। ਪਰ ਖੈਰ, ਮੈਂ ਆਪ ਨੂੰ ਬੇਨਤੀ ਕਰਾਂ, ਸਤਿਗੁਰੂ ਜੀ ਇਸ ਅੰਮ੍ਰਿਤ ਬਚਨ ਦੇ ਅੰਦਰ ਬਖਸ਼ਿਸ਼ ਕਰਦੇ ਆ ਕਿ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਸਾਨੂੰ ਬਾਹਰ ਭੇਜਿਆ, ਇਹਦੇ ਅਰਥ ਜੇ ਇਉਂ ਕਰੀਏ ਤਾਂ ਜਿਨ ਤੁਮ ਭੇਜੇ ਤਿਨੈ ਬੁਲਾਏ, ਜਿਸ ਪਾਰ ਬ੍ਰਹਮ ਪਰਮੇਸ਼ਵਰ ਵੈਗੁਰੂ ਨੇ ਬਾਹਰ ਭੇਜਿਆ, ਉਹਨੇ ਫਿਰ ਵਾਪਸ ਇੱਥੇ ਬੁਲਾ ਲਿਆ ਹੈ। ਤੇ ਮਹਾਰਾਜ ਕਹਿ ਰਹੇ ਆ, ਜਿਨ ਤੁਮ ਭੇਜੇ ਤਿਨੈ ਬੁਲਾਏ, ਸੁਖ ਸਹਿਜ ਛੇਤੀ ਘਰ ਆਓ, ਸੁਖ ਨਾਲ ਆਤਮ ਅਡੋਲਤਾ ਸਹਿਜ ਅਵਸਥਾ ਵਿੱਚ ਟਿਕ ਕੇ ਆਪਣੇ ਘਰ ਦੇ ਵਿੱਚ ਆ ਜਾਓ। ਮੈਂ ਫਿਰ ਬੇਨਤੀ ਕਰਾਂਗਾ, ਕਿਉਂਕਿ ਇਸ ਗੱਲ ਨੂੰ ਕਈ ਵਾਰੀ ਹੋਵੇਗਾ ਜੀ ਇਹ ਸ਼ਬਦ ਤਾਂ, ਹਾਲਾਂਕਿ ਮੈਂ ਇਹਦੇ ਅੰਤਰੀਵ ਅਰਥ ਵੀ ਕਰਨੇ, ਕਿਉਂਕਿ ਬੜੇ ਸ਼ਬਦ ਐਸੇ ਨੇ ਜਿਹੜੇ ਅਸੀਂ ਦੁਨਿਆਵੀ ਮਰਿਆਦਾ ਲਈ ਵਰਤਨੇ ਆ, ਪਰ ਉਹਨਾਂ ਦੇ ਅਰਥ ਅੰਤਰੀਵ ਨੇ। ਜਿਵੇਂ ਲਾਵਾਂ ਦਾ ਪਾਠ ਕੀਤਾ ਜਾਂਦਾ, ਸੋਈ ਰਾਗ ਦੇ ਸੰਤ ਨੇ ਜਦੋਂ ਅਸੀਂ ਵਿਵਾਹ ਕਰਨੇ ਆ, ਸ਼ਾਦੀ ਆਨੰਦ ਕਾਰਜ ਕਰਨੇ ਆ, 4 ਲਾਵਾਂ ਦਾ ਪਾਠ ਕਰਨੇ,
ਤੇ ਅਸਲ 'ਚ ਜਿੰਨੇ ਵੀ ਗੁਰਮੁਖ ਪਿਆਰੇ ਆ, ਜਦੋਂ ਉਹ ਚਾਰ ਲਾਵਾਂ ਦੇ ਅਰਥ ਕਰਨਗੇ ਤੇ ਇਹੀ ਕਹਿਣਗੇ ਕਿ ਇਹ ਚਾਰ ਲਾਵਾਂ ਸਾਡੇ ਆਤਮਿਕ ਜੀਵਨ ਦੇ ਚਾਰ ਪੜਾਅ ਨੇ। ਪ੍ਰਵਿਰਤੀ ਕਰਮ ਕੈ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ। ਦੂਸਰੀ ਲਾਮ ਹੈ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਹਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗੀਆਂ ਬਲਰਾਮ ਜੀਓ। ਹਰ ਚੌਥੜੀ ਲਾਮ ਮਨ ਸਹਿਜ ਪਾਇਆ, ਸਹਿਜ ਪਾਇਆ। ਹੁਣ ਆ ਜਿਹੜੇ ਪ੍ਰਵਿਰਤੀ ਕਰਮ ਸਤਿਗੁਰ ਪੁਰਖ ਬੈਰਾਗ ਤੇ ਸਹਿਜ ਅਵਸਥਾ, ਇਹ ਚਾਰੇ ਦੇ ਚਾਰੇ ਬਚਨ ਜਿਹੜੇ ਨੇ ਆਤਮਿਕ ਜੀਵਨ ਨਾਲ ਸੰਬੰਧਿਤ ਨੇ। ਪਰ ਆਪਾਂ ਦੁਨਿਆਵੀ ਰਸਮ ਵੀ ਮਰਿਆਦਾ ਫਿਰ ਨਿਭਾਉਂਦੇ ਨਹੀਂ ਇਹਦੇ ਨਾਲ। ਸ਼ਬਦ ਰੂਹਾਨੀ ਅਰਥ ਰੱਖ ਰਿਹਾ, ਪਰ ਮਰਿਆਦਾ ਅਸੀਂ ਦੁਨਿਆਵੀ ਵਿਆਹ ਦੀ ਵੀ ਕਰਨੇ ਪਏ। ਇਹਦਾ ਭਾਵ ਇਹ ਵੀ ਜੇ ਲਈਏ ਕਿ ਜਿਸ ਪਰਮਾਤਮਾ ਨੇ ਬਾਹਰ ਭੇਜਿਆ ਸੀ, ਉਹਨਾਂ ਵਾਪਸ ਬੁਲਾਇਆ ਹੈ, ਆਪਣੇ ਘਰ ਵਿੱਚ ਸੁੱਖ ਨਾਲ ਸਹਿਜ ਨਾਲ ਟਿਕ ਜਾਓ। ਅੰਤਰੀਵ ਅਰਥ ਕਿ ਜਿਹੜਾ ਮਨ ਬਾਹਰ ਭਟਕਦਾ ਹੈ, ਬਾਹਰ ਖਿੰਡਿਆ ਹੈ, ਫੁਰਨੇ ਬਣਾਉਂਦਾ ਹੈ, ਜੇ ਪਰਮਾਤਮਾ ਦੀ ਖੇਡ ਦੇਖੀਏ, ਭਟਕਾਉਣ ਵਾਲਾ ਵੀ ਉਹ ਵੇ ਤੇ ਖਿੱਚਣ ਵਾਲਾ ਵੀ ਉਹ ਹੈ, ਭੇਜਣ ਵਾਲਾ ਵੀ ਉਹ ਹੈ। ਇਹਨੂੰ ਫਿਰ ਬੇਨਤੀ ਨੂੰ ਸੁਣਿਓ ਕਿ ਬਾਹਰ ਵੀ ਉਹੀ ਕਰਦਾ ਤੇ ਅੰਦਰ ਵੀ ਉਹੀ ਕਰਦਾ। ਜਿਵੇਂ ਆਪ ਹਜ਼ੂਰ ਦੀ ਬਾਣੀ 'ਚ ਇਹ ਪੌੜੀ ਪੜ੍ਹਦੇ ਹੋ ਕਿ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ। ਹੁਣ ਭਟਕਣਾ ਵੀ, ਬਾਹਰ ਮੁਖੀ ਜਾਣਾ ਵੀ ਤਾਂ ਉਹਦੀ ਖੇਡ ਹੈ ਨਾ। ਹਜ਼ੂਰ ਕਹਿੰਦੇ ਨੇ ਜਿਨਨੇ ਬਾਹਰ ਭੇਜਿਆ ਸੀ ਉਹਨੇ ਖਿੱਚ ਪਾ ਕੇ ਅੰਦਰ ਬੁਲਾ ਲਿਆ। ਹਜ਼ੂਰ ਕਹਿੰਦੇ ਜਿਨ ਤੂੰ ਭੇਜੇ ਤਿਨੈ ਬੁਲਾਏ, ਜਿਸ ਨੇ ਬਾਹਰ ਮੁਖੀ ਕੀਤਾ ਉਹਨੇ ਅੰਦਰ ਬੁਲਾ ਲਿਆ। ਮਹਾਰਾਜ ਕਹਿੰਦੇ ਸੁਖ ਸਹਿਜ ਸੇਤੀ ਘਰ ਆਓ, ਸੁਖ ਨਾਲ ਸਹਿਜ ਨਾਲ ਆਪਣੇ ਇਸ ਘਰ ਦੇ ਵਿੱਚ ਆ ਜਾਓ। ਸੁਖ ਸਹਿਜ ਸੇਤੀ ਘਰ ਆਓ, ਆਪਣੇ ਘਰ ਵਿੱਚ ਟਿਕ ਜਾਓ। ਗੁਰਮੁਖੋ, ਜਿਹੜਾ ਆਪਣਾ ਘਰ ਹੈ ਨਾ, ਜਿਹਨੂੰ ਗ੍ਰਹਿ ਕਹਿੰਦੇ ਆ, ਆਪਣੇ ਘਰ ਵਰਗਾ ਸੁੱਖ ਕਿਤੇ ਵੀ ਨਹੀਂ। ਸੰਸਾਰੀ ਤੌਰ ਤੇ ਵੀ ਤੇ ਰੂਹਾਨੀ ਤੌਰ ਤੇ ਵੀ। ਆਪਣੇ ਅੰਦਰ ਵਿੱਚ ਆਪਣੇ ਆਪੇ ਵੀ ਜਿਹੜਾ ਸੁੱਖ ਹੈ ਉਹ ਬਾਹਰ ਕਿਤੇ ਵੀ ਨਹੀਂ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਵਿੱਚ ਬੜੇ ਬਚਨ ਘਰ ਦੇ ਪ੍ਰਥਾਇਕ੍ਰਿਤ ਕੀਤੇ। ਜਿਵੇਂ ਅਸੀਂ ਪਾਠ ਕਰਨੇ ਆ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਅਸੀਂ ਹਜ਼ੂਰ ਦੇ ਬਚਨ ਇਹ ਸਾਰੇ ਪੜ੍ਹਨੇ ਹਾਂ। ਹਜ਼ੂਰ ਕਹਿੰਦੇ ਨੇ ਜਿਨਨੇ ਬਾਹਰ ਮੁਖੀ ਕੀਤਾ ਉਹਨੇ ਹੀ ਸਾਨੂੰ ਅੰਦਰੂਨੀ ਮੁਖੀ ਕੀਤਾ। ਜਿਨ ਤੂੰ ਭੇਜੇ ਤਿਨੈ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਸੁਖ ਨਾਲ ਸਹਿਜ ਅਵਸਥਾ ਵਿੱਚ ਆਪਣੇ ਘਰ ਵਿੱਚ ਟਿਕ ਜਾਓ। ਮੈਂ ਇੱਕ ਹੋਰ ਥੋੜੀ ਜਿਹੀ ਬੇਨਤੀ ਆਪ ਨੂੰ ਕਰਦਾ ਜਾਵਾਂ। ਦੇਖੋ, ਜਿਹੜੀ ਵੀ ਚੀਜ਼ ਪਰਮਾਤਮਾ ਨੇ ਜੜ ਚੇਤਨ ਬਣਾਈ ਹੈ ਨਾ ਜੀ, ਉਹ ਆਪਣੇ ਅਸਲੇ ਨਾਲ, ਅਸਲਾ ਮਤਲਬ ਉਹ ਜਿਹੜਾ ਜਿੱਥੋਂ ਪੈਦਾ ਹੋਈ ਹੈ ਨਾ ਜੀ, ਉਹ ਉਹਦੇ ਵੱਲ ਇੱਕ ਦਿਨ ਜ਼ਰੂਰ ਜਾਏਗੀ। ਭਾਵੇਂ ਉਹ ਕਿੰਨੀ ਦੂਰੀ ਬਣ ਜਾਏ, ਉਹ ਵਾਪਸ ਜਿੱਥੋਂ ਉਪਜੀ ਹੈ ਉੱਥੇ ਵਾਪਸ ਹੀ ਜਾਏਗੀ। ਉਹਨੂੰ ਉਹ ਖਿੱਚੇਗਾ। ਦਾਸ ਕਈ ਵਾਰੀ ਬੇਨਤੀ ਕਰਦਾ ਕਿ ਅਸੀਂ ਦੇਖੋ ਆ ਜ਼ਮੀਨ ਤੇ ਅੱਗ ਬਾਲਨੇ ਆ, ਅੱਗ ਕਿਸੇ ਰੂਪ ਵਿੱਚ ਵੀ ਬਾਲੋ। ਆਪਾਂ ਲੱਕੜਾਂ ਦੀ ਬਾਲੀਏ, ਕੋਇਲੇ ਦੀ ਬਾਲੀਏ, ਇੱਥੋਂ ਤੱਕ ਕਿ ਤੇਲ ਨਾਲ ਅੱਗ ਬਾਲੋ, ਭਾਵੇਂ ਆ ਗੈਸ ਵਾਲੇ ਸਿਲੰਡਰ ਨੇ ਇਹਦੇ ਨਾਲ ਅੱਗ ਬਾਲੋ। ਕੱਖਾਂ ਨੂੰ ਅੱਗ ਲੱਗੇ, ਭਾਵੇਂ ਲੱਕੜ ਨੂੰ, ਭਾਵੇਂ ਕੋਇਲੇ ਨੂੰ, ਭਾਵੇਂ ਤੇਲ ਨੂੰ, ਜਿੱਥੇ ਵੀ ਅੱਗ ਬਲੇਗੀ ਨਾ, ਉਹਦਾ ਇੱਕ ਸੁਭਾਅ ਹੈ ਕਿ ਬਲਦਿਆਂ ਸਾਰ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਉਹ ਅਸਮਾਨ ਵੱਲ ਜਾਂਦੀਆਂ। ਕਿਤੇ ਵੀ ਬਲੇ, ਕਿਸੇ ਮੁਲਕ ਵਿੱਚ ਬਲੇ। ਕਦੀ ਆਪ ਜੀ ਨੇ ਦੇਖਿਆ ਵੀ ਅੱਗ ਬਲੀ ਹੋਵੇ ਤੇ ਉਹਦੀ ਲਾਟ ਲਪਟਾਂ ਥੱਲੇ ਨੀਚੇ ਨੂੰ ਜਾਣ? ਜਿੱਥੇ ਵੀ ਅੱਗ ਬਲੇਗੀ ਉਹਦੀਆਂ ਚੰਗਿਆੜੀਆਂ, ਉਹਦੀਆਂ ਲਪਟਾਂ ਅਸਮਾਨ ਵੱਲ ਜਾਣਗੀਆਂ। ਇਹਦਾ ਕਾਰਨ ਕੀ? ਸਿਆਣੇ ਪੁਰਸ਼ ਕਹਿੰਦੇ ਆ ਕਿ ਆ ਜ਼ਮੀਨ ਤੋਂ ਪਾਣੀ ਉੱਡਦਾ, ਭਾਪ ਬਣ ਕੇ ਸਮੁੰਦਰ ਤੋਂ ਪਾਣੀ ਉੱਡਦਾ, ਆਸਮਾਨ ਵੀ ਜਾਂਦਾ, ਆਕਾਸ਼ ਵੀ ਜਾਂਦਾ,
ਤੇ ਫਿਰ ਉਹੀ ਪਾਣੀ ਜਿਹੜਾ ਬਰਖਾ ਬਣ ਕੇ ਮੀਂਹ ਦਾ ਰੂਪ ਧਾਰਨ ਕਰਕੇ ਧਰਤੀ ਤੇ ਬਰਸਦਾ ਹੈ। ਇਸ ਬੇਨਤੀ ਨੂੰ ਫਿਰ ਅਰਜ਼ ਹੈ ਕਿ ਆਪ ਜੀ ਦੇਖੋ, ਜ਼ਮੀਨ ਤੇ ਅੱਗ ਬਲੇ, ਉਹਦੀਆਂ ਚੰਗਿਆੜੀਆਂ, ਉਹਦੀ ਲਪਟਾਂ ਅਸਮਾਨ ਵੱਲ ਜਾਂਦੀਆਂ ਨੇ, ਤੇ ਜਿਹੜਾ ਜ਼ਮੀਨ ਤੋਂ ਪਾਣੀ ਉੱਡ ਕੇ ਅਸਮਾਨ ਵੱਲ ਗਿਆ ਉਹ ਵਾਪਸ ਫਿਰ ਧਰਤੀ ਦੇ ਉੱਤੇ ਬੂੰਦ ਬੂੰਦ ਬਣ ਕੇ ਬਰਸਦਾ ਹੈ। ਇਸ ਦਾ ਵੀ ਇੱਕ ਕਾਰਨ ਹੈ। ਜ਼ਮੀਨ ਤੇ ਬਲਦੀ ਹੋਈ ਅੱਗ ਉਹ ਅਸਮਾਨ ਵੱਲ ਤਾਂ ਜਾ ਰਹੀ ਹੈ ਕਿ ਉਸ ਅੱਗ ਦਾ ਮੂਲ ਸਰੋਤ ਜਿਹੜਾ ਸੂਰਜ ਹੈ ਉਹ ਅਸਮਾਨ ਦੇ ਵਿੱਚ ਹੈ, ਤੇ ਅੱਗ ਦੀ ਨਿੱਕੀ ਤੋਂ ਨਿੱਕੀ ਚੰਗਿਆੜੀ ਵੀ ਉਹ ਆਪਣੇ ਮੂਲ ਅਸਲੇ, ਆਪਣੇ ਮੂਲ ਸਰੋਤ ਨਾਲ ਮਿਲਣਾ ਚਾਹੁੰਦੀ ਹੈ। ਅਸਮਾਨ ਵਿੱਚ ਗਿਆ ਹੋਇਆ ਪਾਣੀ ਵਾਪਸ ਧਰਤੀ ਤੇ ਤਾਂ ਹੁੰਦਾ ਹੈ ਕਿ ਜਿਸ ਸਮੁੰਦਰ ਤੋਂ ਉਹ ਵਿਛੜਿਆ ਹੈ ਉਹ ਆਪਣੇ ਅਸਲੇ ਨੂੰ, ਆਪਣੇ ਸਰੋਤ ਨੂੰ ਦੁਬਾਰਾ ਮਿਲਣਾ ਚਾਹੁੰਦਾ ਹੈ। ਮੈਂ ਆਪ ਨੂੰ ਬੇਨਤੀ ਕਰਾਂ ਕਿ ਬਾਹਰ ਮੁਖੀ ਵੀ ਉਹ ਕਰਦਾ ਹੈ, ਅੰਦਰੂਨੀ ਤੌਰ ਤੇ ਵੀ ਉਹ ਆਪ ਹੀ ਖਿੱਚ ਪਾਉਂਦਾ ਹੈ। ਮਹਾਰਾਜ ਕਹਿੰਦੇ ਨੇ, ਜਿਸ ਨੇ ਬਾਹਰ ਮੁਖੀ ਕੀਤਾ ਉਹਨੀ ਆਵਾਜ਼ ਦਿੱਤੀ, ਹੁਣ ਆਪਣੇ ਅੰਦਰ ਆ ਜਾਓ। ਕਿਉਂਕਿ ਇਹ ਸ਼ਬਦ ਨਾ ਅਖੀਰ ਵਿੱਚ ਇਹਦੇ ਅਰਥ ਪਹਿਲੀ ਤੁਕ ਦੇ ਫਿਰ ਹੋਣਗੇ। ਮਹਾਰਾਜ ਬਖਸ਼ਿਸ਼ ਕਰਨਗੇ, ਜਿਨ ਤੁਮ ਭੇਜੇ, ਜਿਨੇ ਭੇਜਿਆ ਉਹਨੇ ਵਾਪਸ ਬੁਲਾ ਲਿਆ, ਆ ਜਾਓ। ਸੁਖ ਨਾਲ, ਆਤਮਕ ਅਵਸਥਾ ਨਾਲ, ਸਹਿਜ ਨਾਲ, ਅਡੋਲਤਾ ਨਾਲ ਆਪਣੇ ਘਰ ਵਿੱਚ ਟਿਕ ਜਾਵੋ। ਆਨੰਦ ਮੰਗਲ ਗੁਣ ਗਾਓ, ਸਹਿਜ ਧੁਨ ਨਿਹਚਲ ਰਾਜ ਕਮਾਓ। ਤੁਸੀਂ ਆਪਣੇ ਘਰ 'ਚ ਆ ਕੇ ਆਨੰਦ ਮੰਗਲ ਨਾਲ ਪਰਮਾਤਮਾ ਦੀਆਂ ਸਿਫਤਾਂ ਕਰੋ, ਸਹਿਜ ਧੁਨੀ ਨੂੰ ਤੁਸੀਂ ਆਪਣੇ ਅੰਦਰ ਮਾਣੋ। ਫਿਰ ਬੇਨਤੀ ਹੈ ਕਿ ਵਾਪਸ ਘਰ ਵਿੱਚ ਆ ਜਾਓ, ਆਨੰਦ ਮੰਗਲ ਗੁਣ ਗਾਓ, ਸਹਿਜ ਧੁਨ ਨਿਹਚਲ ਰਾਜ ਕਮਾਓ। ਇਹ ਵੀ ਬਚਨ ਹਜ਼ੂਰ ਨੇ ਬਹੁਤ ਬਖਸ਼ਿਸ਼ ਭਰੇ ਕੀਤੇ। ਆਨੰਦ ਮੰਗਲ ਦਾ ਲਫ਼ਜ਼ੀ ਅਰਥ ਅਸੀਂ ਇਹ ਕਰਨੇ ਆ ਖੁਸ਼ੀ। ਮੰਗਲ ਦਾ ਅਰਥ ਪ੍ਰਸੰਨਤਾ, ਖੁਸ਼ੀ ਹੁੰਦਾ। ਪਰ ਗੁਰਮਖੋ, ਅਸਲ 'ਚ ਆਨੰਦ ਲਫ਼ਜ਼ ਜਿਹੜਾ ਹੈ ਨਾ, ਇਹ ਜ਼ਬਾਨ ਨਾਲ ਕਹਿਣ ਮਾਤਰ ਨਹੀਂ। ਚਲੋ ਅਸੀਂ ਸਾਡੇ ਸਿੱਖੀ 'ਚ ਲਫ਼ਜ਼ ਬੜਾ ਵਰਤਿਆ ਜਾਂਦਾ ਜੀ, ਆਨੰਦ ਹੈ, ਤੇ ਦੋ ਸ਼ਬਦ ਅਸੀਂ ਬੜੇ ਵਰਤਨੇ ਆ, ਇੱਕ ਆਨੰਦ ਤੇ ਇੱਕ ਨਿਹਾਲ। ਵੀ ਨਿਹਾਲ ਮੈਂ ਅਰਜ਼ ਕਰਨਾ ਹੁੰਦਾ, ਸਤਿਗੁਰਾਂ ਨੇ ਨਾ ਜੀ ਆਨੰਦ ਸਾਹਿਬ ਦੀ ਬਾਣੀ ਵੀ ਸਾਨੂੰ ਬਖਸ਼ਿਸ਼ ਕੀਤੀ। ਆਨੰਦ ਕੇਵਲ ਥੋੜ੍ਹੀ ਚਿਰੀ ਖੁਸ਼ੀ ਦਾ ਨਾਮ ਨਹੀਂ। ਆਨੰਦ ਦਾ ਅਰਥ ਥੋੜਾ ਜਿਹਾ ਮਨ ਪ੍ਰਸੰਨ ਹੋਇਆ, ਕਿਉਂਕਿ ਦੁਨੀਆ ਦੀਆਂ ਜਿੰਨੀਆਂ ਵੀ ਖੁਸ਼ੀਆਂ ਨੇ ਨਾ ਜੀ, ਹਰ ਖੁਸ਼ੀ ਥੋੜ੍ਹੀ ਚਿਰੀ ਹੈ, ਹਰ ਖੁਸ਼ੀ ਦੇ ਵਿੱਚ ਗਮੀ ਲੁਕੀ ਹੋਈ ਹੈ। ਜਿੰਨੀ ਵੀ ਅਸੀਂ ਕੋਈ ਖੁਸ਼ ਹੁੰਦਾ ਹੈ, ਉਸ ਹਰ ਖੁਸ਼ੀ ਦਾ ਜਿਹੜਾ ਅੰਤ ਹੈ ਉਹ ਗਮੀ ਨਾਲ ਹੁੰਦਾ ਹੈ। ਬੱਚਾ ਜਨਮ ਲੈਂਦਾ ਹੈ, ਖੁਸ਼ੀ ਹੈ ਨਾ, ਪ੍ਰਸੰਨਤਾ ਹੈ, ਪਰ ਜਿਹਦਾ ਜਨਮ ਹੋਇਆ ਉਹਦੀ ਇੱਕ ਦਿਨ ਮੌਤ ਹੋਣੀ, ਉਸ ਖੁਸ਼ੀ ਵਿੱਚ ਇੱਕ ਮਾਤਮ ਵੀ ਲੁਕਿਆ ਹੋਇਆ ਹੈ। ਕੋਈ ਚੀਜ਼ ਆਪਾਂ ਬਣਾਉਂਦੇ ਹਾਂ, ਖੁਸ਼ ਹਾਂ, ਤੇ ਜਦੋਂ ਬਿਨਸਦੀ ਉਹਦੇ ਵਿੱਚ ਗਮ ਵੀ ਹੈ। ਪਰ ਇਹ ਜਿਹੜਾ ਆਨੰਦ ਮੰਗਲ ਸਹਿਜ ਧੁਨ ਹੈ, ਇਹ ਪਿਆਰਿਓ ਅਸਲ ਵਿੱਚ ਆਤਮਿਕ ਅਵਸਥਾ ਉਹ ਹੈ। ਆਨੰਦ ਉਸ ਨੂੰ, ਇੱਕ ਤਾਂ ਅਸੀਂ ਪੜ੍ਹਦੇ ਹਾਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਖਰੀ ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਵੀ ਆਨੰਦ ਹੈ ਨਾ ਜੀ, ਸਤਿਗੁਰੂ, ਮੰਗਲ, ਰਾਗ ਰਤਨ ਪਰਵਾਰ ਭਰੀਆਂ ਦਾ ਜ਼ਿਕਰ। ਉਂਝ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਆਨੰਦ ਸਾਹਿਬ ਦੀਆਂ 40 ਪੌੜੀਆਂ ਵਿੱਚ ਨਾ ਹਜ਼ੂਰ ਨੇ ਆਹ ਬਚਨ ਕੀਤੇ ਆ, ਆਨੰਦ ਕੀ ਹੈ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਇਹ ਹੈ ਆਨੰਦ ਦੀ ਪਰਿਭਾਸ਼ਾ 40 ਪੌੜੀਆਂ ਵਿੱਚੋਂ, ਕਿ ਜਿਸ ਉੱਪਰ ਪਰਮਾਤਮਾ ਦੀ ਕਿਰਪਾ ਹੋ ਜਾਏ, ਉਸ ਦੇ ਅੰਦਰ ਦੇ ਸਾਰੇ ਕਿਲਵਿਖ ਜਿਹੜੇ ਨੇ ਉਹ ਕੱਟ ਦਿੰਦਾ ਹੈ, ਉਹਦੇ ਜੀਵਨ ਨੂੰ ਸਵਾਰ ਦਿੰਦਾ ਹੈ। ਇਸੇ ਵੈਸੇ ਆਨੰਦ ਮੰਗਲ ਉਹ ਅਵਸਥਾ ਹੈ। ਇਹਦਾ ਮਤਲਬ ਇਹ ਨਹੀਂ ਕਿ ਜਿਹਦੇ ਕੋਲ ਆਨੰਦ ਮੰਗਲ ਹੋ ਗਿਆ ਉਹਨੂੰ ਬਾਹਰ ਦਾ ਦੁੱਖ ਨਹੀਂ ਆਉਂਦਾ। ਕਿਉਂਕਿ ਫਿਰ ਸੁਣਿਓ,
ਆਨੰਦ ਮੰਗਲ ਦਾ ਅਰਥ ਇਹ ਨਹੀਂ ਕਿ ਉਹਨੂੰ ਬਾਹਰ ਦੀ ਕੋਈ ਤਕਲੀਫ ਨਹੀਂ ਆਉਣੀ। ਆਨੰਦ ਮੰਗਲ ਅੰਦਰ ਦੀ ਉਹ ਬਖਸ਼ਿਸ਼ ਭਰੀ ਅਵਸਥਾ ਹੈ ਕਿ ਬਾਹਰੋਂ ਭਾਵੇਂ ਜਿਤਨਾ ਮਰਜੀ ਮੁਸੀਬਤ ਦੁੱਖ ਉਹਦੇ ਤੇ ਪਹਾੜ ਟੁੱਟ ਪਵੇ, ਪਰ ਉਹਦੇ ਅੰਦਰ ਦੀ ਆਤਮਿਕ ਆਨੰਦ ਵਾਲੀ ਅਵਸਥਾ ਨੂੰ ਕੋਈ ਖੋ ਸਕਦਾ ਹੀ ਨਹੀਂ। ਜਿਹਨੂੰ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼। ਤਿੱਥੈ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ। ਉਹ ਅਵਸਥਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਆਨੰਦ ਮੰਗਲ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇ ਅਰ ਭੈ ਨਹੀਂ ਜਾਂਕੈ ਕੰਚਨ ਮਾਟੀ ਮਾਨੈ। ਨੈ ਨਿੰਦਿਆ ਨੈ ਉਸਤਤ ਜਾਂਕੈ ਲੋਭ ਮੋਹ ਅਭਿਮਾਨਾ। ਹਰ ਇੱਕ ਸੋਗ ਤੇ ਰਹਿ ਨਿਆਰੋ ਨਾਹਿ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸ਼ਾ। ਕਾਮ ਕ੍ਰੋਧ ਜਹ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਦੁੱਖ ਨਾਹੀ ਸਭ ਸੋਖੀ ਹੈ ਰੇ ਆਹ ਹੈ ਆਨੰਦ ਮੰਗਲ। ਮਹਾਰਾਜ ਕਹਿੰਦੇ ਨੇ ਬਾਹਰ ਗਏ ਤੂੰ ਵਾਪਸ ਆ ਜਾ। ਮਹਾਰਾਜ ਕਰਨ ਦਿਨ ਜਿਨ ਤੂੰ ਭੇਜੇ ਤਿਨੈ ਬੁਲਾਏ ਸੁਖ ਸਹਿਜ ਸੇਤੀ ਕਰ ਆਓ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ। ਆਤਮਿਕ ਅਵਸਥਾ ਪ੍ਰਭੂ ਦੇ ਗੁਣ ਗਾਓ। ਅਗਲਾ ਬਚਨ ਨਿਹਚਲ ਰਾਜ ਕਮਾਓ। ਨਿਹਚਲ ਅਟਲ ਰਾਜ ਜਿੰਨੇ ਕਦੀ ਖਤਮ ਨਹੀਂ ਹੋਣਾ। ਹਜ਼ੂਰ ਕਹਿੰਦੇ ਨੇ ਆਪਣੇ ਆਤਮਿਕ ਜੀਵਨ ਦੇ ਉਸ ਨਿਹਚਲ ਰਾਜ ਨੂੰ ਕਮਾਉਣਾ ਕਰੋ। ਤੁਮ ਕਰ ਆਵੋ ਮੇਰੇ ਮੀਤ। ਹਜ਼ੂਰ ਕਹਿੰਦੇ ਨੇ ਖੇ ਮੇਰੇ ਮਿੱਤਰ ਤੁਸੀਂ ਆਪਣੇ ਘਰ ਵਿੱਚ ਆ ਜਾਓ, ਆਪਣੇ ਘਰ ਵਿੱਚ ਟਿਕ ਜਾਵੋ। ਤੁਮਰੇ ਦੋਖੀ ਹਰਿ ਆਪ ਨਿਵਾਰੇ ਆਪਦਾ ਭਈ ਬੇਤੀਤ। ਜਿਹੜੇ ਤੁਹਾਡੇ ਦੋਖੀ ਸਨ, ਤੁਹਾਡੇ ਨਾਲ ਮਾੜਾ ਕਰਨਾ ਚਾਹੁੰਦੇ ਸਨ, ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਨੇ ਦੂਰ ਕਰ ਦਿੱਤਾ ਹੈ। ਜਿਹੜੀ ਮੁਸੀਬਤ, ਜਿਹੜੀ ਆਪਦਾ ਪਈ ਸੀ ਜਾਂ ਜਿਹੜੀ ਮੁਸ਼ਕਿਲ ਆ ਬਣੀ ਸੀ, ਉਹ ਸਾਰਾ ਮੁਸੀਬਤ ਵਾਲਾ ਦਿਨ ਨਿਕਲ ਗਏ ਨੇ। ਉਹ ਮੁਸੀਬਤ ਵਾਲੀਆਂ ਘੜੀਆਂ ਨਿਕਲ ਗਈਆਂ। ਮੈਂ ਪਹਿਲਾਂ ਅੱਖਰੀ ਅਰਥ ਕੀਤੇ, ਅੰਤਰੀਵ ਅਰਥ। ਹੇ ਮਨਾ ਤੂੰ ਆਪਣੇ ਘਰ ਵਿੱਚ ਆ ਜਾ। ਜਿਹੜੇ ਤੈਨੂੰ ਘਰ ਵਿੱਚ ਟਿਕਣ ਨਹੀਂ ਸਨ ਦਿੰਦੇ, ਫਿਰ ਸੁਣਿਓ, ਤੁਮ ਕਰ ਆਵੋ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ ਆਪਦਾ ਭਈ ਬਤੀਤ। ਕੌਣ ਨਹੀਂ ਸਨ ਘਰ ਟਿਕਣ ਦਿੰਦੇ? ਬਾਹਰ ਕੌਣ ਭਜਾ ਰਹੇ ਸਨ? ਕਾਮ ਨਹੀਂ ਸੀ ਟਿਕਣ ਦਿੰਦਾ, ਕ੍ਰੋਧ ਨਹੀਂ ਸੀ ਟਿਕਣ ਦਿੰਦਾ। ਜਿੰਨੀ ਵਾਸ਼ਨਾ ਦੀ ਬਿਰਤੀ ਉਹ ਮਨ ਨੂੰ ਬਾਹਰ ਮੁਖੀ ਕਰਦੀ ਸੀ। ਮਹਾਰਾਜ ਕਹਿੰਦੇ ਹੁਣ ਆ ਜਾਓ ਘਰ, ਕਿਉਂਕਿ ਜਿਹੜੇ ਤੁਹਾਨੂੰ ਤੰਗ ਕਰਦੇ ਸਨ ਉਹ ਸਾਰੇ ਵੈਰੀ ਬਾਹਰ ਚਲੇ ਗਏ। ਨਸ ਮੰਨਿਓ ਕਿਲ ਵਿਖੋ ਕਰਤਾ ਕਰ ਆਇਆ। ਦੂਤੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਹਜ਼ੂਰ ਬਖਸ਼ਿਸ਼ ਕਰ ਰਿਹਾ ਕਿ ਤੁਮ ਕਰ ਆਵੋ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ। ਤੁਹਾਡੇ ਦੋਖੀਆਂ ਤੋਂ ਤੁਹਾਨੂੰ ਆਪ ਛੁਟਕਾਰਾ ਕਰਾ ਦਿੱਤਾ। ਮੁਸੀਬਤ ਵਾਲੇ ਦਿਨ ਜਿਹੜੇ ਨੇ ਉਹ ਬਤੀਤ ਹੋ ਗਏ ਹਨ। ਰਹਾਉ ਇਹ ਸਤਿਗੁਰਾਂ ਨੇ ਜਿਹੜੀਆਂ ਦੋ ਤੁਕਾਂ ਨੇ, ਤੁਮ ਕਰ ਆਵੋ ਮੇਰੇ ਮੀਤ, ਇਹ ਦੋ ਤੁਕਾਂ ਰਹਾਉ ਦੇ ਬਚਨ ਹਨ। ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ। ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਹੁਣ ਸੰਸਾਰ ਵਿੱਚ ਇਹ ਪ੍ਰਗਟ ਕਰ ਦਿੱਤਾ। ਜਿਹੜੀ ਨਾਸਨ ਭਾਜਨ ਨੱਠ ਭੱਜ ਸੀ ਜੀ, ਸਿੱਧੇ ਪੰਜਾਬੀ ਦੇ ਸ਼ਬਦ, ਮਨ ਦੀ ਭਟਕਣਾ ਸੀ, ਉਹ ਸਾਰੀ ਪਰਮਾਤਮਾ ਨੇ ਨਿਵਰਤ ਕੀਤੀ ਹੈ। ਘਰ ਬੰਗਲ ਵਾਜਹ ਨਿਤ ਵਾਜੇ ਆਪਣੇ ਖਸਮ ਨਿਵਾਜੇ। ਹੁਣ ਇਸ ਹਿਰਦੇ ਰੂਪੀ ਘਰ ਵਿੱਚ ਖੁਸ਼ੀ ਦੇ ਵਾਜੇ ਰੋਜ਼ ਵੱਜਦੇ ਆ। ਇਹ ਆਪਣੀ ਕਮਾਈ ਨਾਲ ਨਹੀਂ,
ਉਸ ਪਾਰ ਬ੍ਰਹਮ ਪਰਮੇਸ਼ਵਰ ਖਸਮ ਵੈਗੁਰੂ ਨੇ ਇਸ ਦੀ ਨਵਾਜ਼ਿਸ਼ ਕੀਤੀ ਹੈ। ਆਸ ਥਿਰ ਰਹੋ ਡੋਲੋ ਮਤ ਕਬਹੂ, ਗੁਰ ਕੈ ਬਚਨ ਆਧਾਰ। ਹੁਣ ਇਸ ਅੰਦਰ ਨੂੰ ਸਥਿਰ ਕਿਵੇਂ ਰੱਖ ਸਕੀਏ? ਜਿਹੜੀ ਬਾਬਾ ਜੀ ਸਤਿਗੁਰੂ ਕਹਿ ਰਿਹਾ ਵੀ ਹੁਣ ਦੁਸ਼ਮਣ ਦੋਖੀ ਸਾਰੇ ਚਲੇ ਗਏ, ਦੁਸ਼ਟ ਦੂਤ ਪਰਮੇਸ਼ਰ ਮਾਰੇ ਵਾਲੀ ਬਖਸ਼ਿਸ਼ ਹੋ ਗਈ, ਇਹ ਕਿਵੇਂ ਸਥਿਰ ਰੱਖੀਏ? ਸਤਿਗੁਰੂ ਕਹਿੰਦੇ ਨੇ ਅਸਥਿਰ ਰਹੋ ਡੋਲੋ ਮਤ ਕਬਹੂ, ਅਡੋਲ ਹੋ ਜਾਓ। ਹੁਣ ਡੋਲੋ ਨਾ, ਤੇ ਮਹਾਰਾਜ ਕਿਹੜੀ ਚੀਜ਼ ਹੈ ਜਿਹੜੀ ਡੋਲਣ ਤੋਂ ਬਚਾ ਸਕੇ? ਅੱਗੇ ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਡੋਲਣ ਤੋਂ ਬਚਾ ਸਕਦਾ ਹੈ ਤੇ ਸਤਿਗੁਰੂ ਜੀ ਦਾ ਸ਼ਬਦ ਹੈ, ਗੁਰੂ ਦਾ ਜਿਹੜਾ ਬਚਨ ਹੈ ਨਾ, ਉਹਨੂੰ ਆਧਾਰ ਬਣਾ ਲਈਏ। ਸ਼ਬਦ ਅੰਦਰ ਨੂੰ ਡੋਲਣ ਨਹੀਂ ਦਿੰਦਾ। ਫਿਰ ਅਰਜ਼ ਹੈ, ਮਨ ਵੀ ਤਾਂ ਇੱਕ ਖਿਆਲ ਹੈ ਨਾ ਜੀ, ਭਟਕਦਾ ਖਿੰਡਦਾ। ਜਦੋਂ ਸ਼ਬਦ ਦਾ ਸਹਾਰਾ ਮਿਲ ਜਾਏਗਾ ਫਿਰ ਇਹ ਮਨ ਡੋਲੇਗਾ ਨਹੀਂ, ਇਹ ਅਡੋਲ ਹੋ ਜਾਏਗਾ। ਇਹਨੂੰ ਸਮਝਣ ਲਈ ਇੱਕ ਸਤਿਗੁਰਾਂ ਦਾ ਅੰਮ੍ਰਿਤ ਬਚਨ ਹੈ, ਮਨ ਜਿਹੜੀ ਚੀਜ਼ ਦਾ ਸਹਾਰਾ ਲਏਗਾ ਨਾ ਉਹੋ ਜਿਹਾ ਇਹ ਬਣ ਜਾਏਗਾ। ਇਹ ਕਾਮੀ ਵੀ ਬਣ ਜਾਂਦਾ, ਕ੍ਰੋਧੀ ਵੀ। ਬਾਬਾ ਜੀ ਨੇ ਕਿਹਾ ਮਨ ਜੋਗੀ ਮਨ ਭੋਗੀਆ, ਮਨ ਮੂਰਖ ਗਾਵਾਰ, ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਕਿਤੇ ਜੋਗੀ, ਕਦੀ ਭੋਗੀ, ਕਿਤੇ ਸੰਸਾਰੀ। ਇੱਕ ਬਚਨ ਹੋਰ ਕਬੀਰ ਸਾਹਿਬ ਦਾ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਹੋ ਜਿਹਾ ਰੁੱਖ ਤੇ ਬਹੇਗਾ ਮਨ, ਇੱਕ ਪੰਛੀ ਮੰਨ ਲਓ, ਜੇ ਸੇਬ ਦੇ ਰੁੱਖ ਤੇ ਬੈਠਾ ਹੈ ਤੇ ਚੁੰਝ ਮਾਰੇਗਾ, ਸੇਬ ਵਾਲਾ ਸਵਾਦ ਆਉਣਾ। ਜੇ ਮੰਨ ਲਓ ਅਨਾਰ ਦੇ ਰੁੱਖ ਤੇ ਬੈਠਾ ਹੈ ਤੇ ਉੱਥੇ ਚੁੰਝ ਮਾਰੇਗਾ ਤੇ ਅਨਾਰ ਦਾ ਰਸ ਆਉਣਾ। ਜੇ ਅੰਬ ਦੇ ਪੇੜ ਤੇ ਬੈਠਾ ਉਹਦੇ ਫਲ ਦਾ ਰਸ ਆਵੇਗਾ। ਜਿਵੇਂ ਪੰਛੀ ਜਿਸ ਰੁੱਖ ਤੇ ਬੈਠੇਗਾ ਉਸ ਰੁੱਖ ਦੇ ਫਲ ਦਾ ਸਵਾਦ ਆਏਗਾ। ਇਹ ਮਨ ਪੰਛੀ, ਤੂੰ ਜਿਹੋ ਜੀ ਸੰਗਤ ਕਰੇਗਾ ਉਹੋ ਜੇ ਤੈਨੂੰ ਰਸ ਆਉਣਾ ਸ਼ੁਰੂ ਹੋ ਜਾਏਗਾ। ਜੇ ਤੂੰ ਮੰਨ ਲਓ ਬਾਹਰ ਮੁਖੀ ਖਿੰਡਿਆਂ ਵਿੱਚ ਬਹਿਨਾ, ਤੇਰਾ ਅੰਦਰ ਕੋਈ ਦਿਨਾਂ ਬਾਅਦ ਖਿੰਡ ਜਾਣਾ। ਜੇ ਤੂੰ ਬੰਦਗੀ ਵਾਲੇ, ਸੇਵਾ ਵਾਲੇ, ਭਜਨੀਕ ਪੁਰਸ਼, ਉਹਨਾਂ ਦੀ ਸਤ ਸੰਗਤ ਵਿੱਚ ਰਹਿਣਾ, ਮੰਨ ਲਓ ਸਤਿਗੁਰੂ ਦੇ ਦਰਬਾਰ ਦੀ ਹਾਜ਼ਰੀ ਭਰਨਾ, ਤੇ ਤੇਰਾ ਮਨ ਖੋਜਾ ਹੋ ਜਾਏਗਾ। ਸਿੱਧੀ ਗੱਲ ਕਿ ਡੋਲਦੇ ਹੋਏ ਦਾ ਸਹਾਰਾ ਸਾਨੂੰ ਡੁਲਾਏਗਾ। ਅਡੋਲ ਦਾ ਸਹਾਰਾ ਜਿਹੜਾ ਸਾਡੇ ਡੋਲਦੇ ਹੋਏ ਮਨ ਨੂੰ ਅਡੋਲ ਕਰੇਗਾ। ਇਹਨੂੰ ਸਮਝਣ ਲਈ ਭਗਤ ਜੀ ਦਾ ਇੱਕ ਬਚਨ ਹੈ। ਇੱਕ ਆਦਮੀ ਮੰਨ ਲਓ ਰੁੱਖ ਹੈ, ਉਹਦੇ ਟਾਹਣ ਉੱਤੇ ਬੈਠ ਗਿਆ, ਬ੍ਰਿਕਸ਼ ਬੜਾ ਵੱਡਾ, ਉਹਦੇ ਟਾਹਣ ਤੇ ਬੈਠ ਗਏ। ਤੇ ਆਪ ਸਭ ਨੂੰ ਪਤਾ ਹੈ ਜਦੋਂ ਤੇਜ਼ ਹਵਾ ਚੱਲੇਗੀ ਜਾਂ ਹਨੇਰੀ ਆਏਗੀ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਬੰਦਾ ਜਿਹੜਾ ਰੁੱਖ ਉੱਤੇ ਬੈਠਾ ਉਹ ਹਿੱਲੇ ਨਾ। ਜੇ ਟਾਹਣ ਹਿੱਲੇਗਾ ਤੇ ਜਿਹੜਾ ਬੈਠਾ ਉਹਨੇ ਵੀ ਤੇ ਨਾਲ ਹਿੱਲਣਾ ਹੈ ਨਾ, ਕਿਉਂਕਿ ਟਾਹਣ ਜਿਹਨੇ ਸਹਾਰਾ ਲਿਆ ਉਹ ਖੁਦ ਹਿੱਲ ਰਿਹਾ, ਉਹ ਖੁਦ ਡੋਲ ਰਿਹਾ। ਤੇ ਜਿਹੜਾ ਆਪ ਡੋਲ ਰਿਹਾ ਤੇ ਉਹਦਾ ਸਹਾਰਾ ਲੈਣ ਵਾਲਾ ਡੋਲੇਗਾ। ਰੁੱਖ ਦੇ ਟਾਹਣ ਤੇ ਬੈਠਾ ਹੋਇਆ ਬੰਦਾ ਡੋਲੇਗਾ ਕਿਉਂਕਿ ਟਾਹਣ ਖੁਦ ਡੋਲ ਰਿਹਾ। ਤੇ ਜਿਹੜਾ ਪਹਾੜ ਦਾ ਸਹਾਰਾ ਲੈ ਲੇਗਾ ਉਹਨੇ ਕਿੱਥੇ ਡੋਲਣਾ, ਕਿਉਂਕਿ ਪਹਾੜ ਕੋਈ ਹਿੱਲ ਥੋੜਾ ਰਿਹਾ। ਪਰਮਾਤਮਾ ਦਾ ਸ਼ਬਦ ਅਡੋਲ ਹੈ, ਮਾਇਆ ਡੋਲਣੀ ਹੈ, ਸ਼ਬਦ ਨਹੀਂ ਡੋਲਣਾ। ਬਾਬਾ ਜੀ ਨੇ ਕਿਹਾ ਕਬੀਰ ਮਾਇਆ ਡੋਲਣੀ ਪਵਨ ਚ ਘੋਲਣ ਖਾਰ, ਇਹ ਡੋਲਦੀ ਪਈ ਹੈ। ਭਾਵੇਂ ਡੋਲਣੀ ਦਾ ਅਰਥ ਮੈਨੂੰ ਪਤਾ ਹੈ ਬਰਤਨ ਭਾਂਡਾ ਵੀ ਕੀਤਾ ਹੈ, ਪਰ ਗੁਰੂ ਦਾ ਸ਼ਬਦ ਇਹਨੂੰ ਕਬੀਰ ਸਾਹਿਬ ਕਹਿੰਦੇ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ। ਹੇ ਪ੍ਰਮਾਤਮਾ ਤੂੰ ਮੇਰਾ ਅਡੋਲ ਪਹਾੜ ਦੀ ਤਰ੍ਹਾਂ ਸਹਾਰਾ ਹੈ, ਮੈਂ ਤੇਰੀ ਓਟ ਲਈ ਹੈ। ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਕਰ ਮੇਰੀ। ਜੇ ਤੂੰ ਡੋਲਣਾ ਨਹੀਂ ਤੇ ਮੈਂ ਕਿੱਥੇ ਡਿੱਗਣਾ ਹੈ। ਮਹਾਰਾਜ ਕਹਿ ਰਹੇ ਨੇ ਗੁਰੂ ਅਰਜੁਨ ਦੇਵ ਅਸਥਿਰ ਰਹੋ ਡੋਲੋ ਮਤ ਕਬਹੂ, ਕਦੀ ਨਾ ਡੋਲਿਓ, ਪਰ ਤਾਂ ਅਸਥਿਰ ਰਹੋਗੇ ਗੁਰ ਕੈ ਬਚਨ ਆਧਾਰ। ਜੇ ਗੁਰੂ ਦੇ ਬਚਨ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਵਾਂਗੇ। ਜੈ ਜੈਕਾਰ ਸਗਲ ਭੂਮੰਡਲ, ਮੁਖ ਉਜਲ ਦਰਬਾਰ। ਇਸ ਸਾਰੇ ਜਗਤ ਵਿੱਚ ਜੈ ਜੈਕਾਰ ਹੋਵੇਗੀ। ਜੈ ਜੈਕਾਰ ਸਗਲ ਭੂਮੰਡਲ, ਮੁਖ ਉਜਲ ਦਰਬਾਰ।
ਉਹਨਾਂ ਦੇ ਮੁਖ ਵੀ ਉਜਲੇ ਹੋਣਗੇ। ਉਹਨਾਂ ਦੇ ਮੁਖ ਪ੍ਰਮਾਤਮਾ ਦੀ ਦਰਗਾਹ ਵਿੱਚ ਉਜਲੇ ਨੇ, ਜਿਹੜੇ ਪਰਮੇਸ਼ਵਰ ਦੇ ਨਾਮ ਦਾ ਸਹਾਰਾ ਲੈਂਦੇ ਹਨ। ਜਿਨ ਕੇ ਜੀਅ ਤਿਨਹਿ ਫੇਰੇ, ਆਪੇ ਭਇਆ ਸਹਾਈ। ਜਿਨ ਕੇ ਜੀ ਤਿਨੈ ਕੀ ਫੇਰੇ। ਫਿਰ ਧਿਆਨ ਨਾਲ ਸੁਣਿਓ, ਫੇਰੇ ਦਾ ਅਰਥ ਹੈ ਵਾਪਸ ਲੈ ਆਂਦੇ, ਪਰਤਾ ਦਿੱਤੇ, ਮੁੜ ਆਏ। ਫੇਰੇ ਦਾ ਅਰਥ ਵੈਸੇ ਆਪਾਂ ਇਹ ਵੀ ਕਹਿੰਦੇ ਆ ਵੀ ਬਹੁਤ ਜਨਮ ਵਿਛੜੇ ਤੇ ਮਾਧੋ, ਆਉਣਾ ਜਾਣਾ ਵੀ ਫੇਰਾ ਹੈ। ਹੁਣ ਇੱਥੇ ਫੇਰੇ ਦਾ ਅਰਥ ਹੈ ਮੋੜਨਾ, ਵਾਪਸ ਲੈ ਆਉਣਾ। ਜਿਹਨੂੰ ਸਤਿਗੁਰੂ ਨੇ ਪਹਿਲੀ ਤੁਕ ਵਿੱਚ ਕਿਹਾ, ਜਿਨ ਤੁਮ ਭੇਜੇ ਤਿਨੈ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਹੁਣ ਉੱਥੇ ਸਤਿਗੁਰੂ ਫਿਰ ਅਖੀਰ 'ਚ ਕਹਿ ਰਹੇ ਨੇ, ਜਿਸ ਕੇ ਜੀ ਤਿਨੈ ਕੀ ਫੇਰੇ। ਜਿਸ ਪਰਮਾਤਮਾ ਦੇ ਇਹ ਜੀਵ ਨੇ, ਉਸ ਪਰਮਾਤਮਾ ਨੇ ਇਹਨਾਂ ਨੂੰ ਵਾਪਸ ਲੈ ਆਂਦਾ, ਇਹਨਾਂ ਨੂੰ ਫੇਰਾ ਪਾ ਦਿੱਤਾ, ਇਹ ਮੁੜ ਆਏ ਹਨ। ਅਚਰਜ ਕੀਆ ਕਰਨੈ ਹਾਰੈ, ਨਾਨਕ ਸੱਚ ਵਡਿਆਈ। ਜਿਨ ਕੇ ਜੀ ਤਿਨੇ ਕੀ ਫੇਰੇ, ਆਪੇ ਭਇਆ ਸਹਾਈ। ਉਸ ਕਰਨਹਾਰ ਪਰਮਾਤਮਾ ਨੇ ਆਪ ਸਹਾਇਤਾ ਕੀਤੀ, ਅਸਚਰਜ ਖੋਡ ਖੇਡ ਵਾਪਰੀ। ਇਹ ਸਤਿਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਨੇ, ਇਹ ਪਰਮਾਤਮਾ ਦੀ ਅਸਚਰਜ ਵਡਿਆਈ ਹੈ, ਜਿਨੇ ਬਾਹਰ ਗਿਆ ਨੂੰ ਵਾਪਸ ਘਰ ਵਿੱਚ ਲੈ ਆਂਦਾ ਹੈ। ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਜਨਮ ਦਿਹਾੜਾ ਹੈ। ਮੈਂ ਥੋੜੀ ਜਿਹੀ ਬੇਨਤੀ ਉਹਨਾਂ ਸੰਬੰਧੀ ਜ਼ਰੂਰ ਕਰ ਦੇਵਾਂ। ਆਪ ਸਾਰੇ ਭਲੀ ਭਾਂਤ ਜਾਣਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੈਸੇ ਤਾਂ ਸਾਰੀ ਗੱਲ ਇੱਕ ਓੰਕਾਰ ਨਾਲ ਹੈ ਸੰਬੰਧਿਤ, ਇੱਕ ਪਰਮਾਤਮਾ। ਪਰ ਮੈਂ ਕਈ ਵਾਰੀ ਬੇਨਤੀ ਕਰਨਾ, ਇੱਕ ਅਕਾਲ ਪੁਰਖ ਦੀ ਸਿਫਤ, ਦੂਜਾ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਦੇ ਦਰ ਤੋਂ ਨਾਮ ਦੀਆਂ ਦਾਤਾਂ ਦੇਣ ਵਾਲੇ ਸਤਿਗੁਰੂ ਦੀ ਸਿਫਤ, ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਵਿੱਚ ਰਤੀ ਹੋਈ, ਗੁਰੂ ਨਾਲ ਜੁੜੀ ਹੋਈ ਆਤਮਾ, ਉਸ ਦੀਆਂ ਵੀ ਸਿਫਤਾਂ ਕੀਤੀਆਂ ਗਈਆਂ ਨੇ। ਇਸ ਬੇਨਤੀ ਨੂੰ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਨੰਦ ਲਾਲ ਸਾਹਿਬ ਜੀ ਨਾਲ ਜਿਹੜੇ ਬਚਨ ਬਿਲਾਸ ਕੀਤੇ, ਮੈਂ ਸੰਖੇਪ ਜਿਹਾ ਕਿਹਾ। ਭਾਈ ਸਾਹਿਬ ਨੇ ਪੁੱਛਿਆ, ਦਾਤਾ ਜੀ ਆਪ ਜੀ ਦੇ ਦਰਸ਼ਨ, ਹਜ਼ੂਰ ਨੇ ਉੱਥੇ ਤਿੰਨ ਗੱਲਾਂ ਸਮਝਾਈਆਂ। ਕਹਿੰਦੇ ਇੱਕ ਰੂਪ ਤਾਂ ਮੇਰਾ ਹੈ ਨਿਰਗੁਣ, ਜਿਹੜਾ ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ ਹੈ, ਤੇ ਉਹ ਨਿਰਗੁਣ ਰੂਪ ਤੂੰ ਜਿੱਥੇ ਵੀ ਜਾਏਗਾ ਤੇਰੇ ਨਾਲ ਹੋਵੇਗਾ। ਜਿਵੇਂ ਜਿੱਥੇ ਵੀ ਜਾਈਏ ਅਸਮਾਨ ਆਕਾਸ਼ ਸਾਡੇ ਨਾਲ ਹੈ ਨਾ ਜੀ, ਕਿਤੇ ਵੀ ਜਾਓ ਅਸਮਾਨ ਸਿਰ ਤੇ ਹੀ ਰਹਿਣਾ। ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਨਿਰਗੁਣ ਰੂਪ ਜਿਹੜਾ ਉਹ ਸਰਬ ਵਿਆਪੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਤੂੰ ਸਭਨੀ ਥਾਈ ਜਿੱਥੈ ਹੋਂ ਜਾਈ। ਜਾਂ ਬਾਣੀ ਬਚਨ ਕਰਦੀ ਏ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਜਾਂ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਸਰਬ ਵਿਆਪਕ ਹੈ ਨਾ ਹਰ ਥਾਂ ਤੇ। ਮਹਾਰਾਜ ਕਹਿੰਦੇ ਆਨੰਦ ਲਾਲ, ਇੱਕ ਮੇਰਾ ਰੂਪ ਹੈ ਨਿਰਗੁਣ, ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ। ਪਹਿਲਾ ਨਿਰਗੁਣ, ਦੂਜਾ ਸਰਗੁਣ, ਤੀਸਰਾ ਗੁਰੂ ਸ਼ਬਦ ਕਹੂੰ ਤੋਹੇ ਸਮਝਾਏ। ਇੱਕ ਨਿਰਗੁਣ ਹੈ ਜਿਹੜਾ ਮਾਇਆ ਦੇ ਤਿੰਨ ਗੁਣਾਂ ਤੋਂ ਉੱਪਰ, ਏਕ ਰੂਪ ਤਿਉ ਗੁਣ ਤੇ ਪਰੈ, ਨੇਤ ਨੇਤ ਜੇ ਨਿਗਮ ਉਚਰੈ, ਜਿਹਨੂੰ ਨੇਤ ਨੇਤ ਕਿਹਾ ਜਾਂਦਾ। ਜਿਵੇਂ ਪਾਣੀ ਦੇ ਘੜੇ ਵਿੱਚ ਅਸਮਾਨ ਹੈ, ਇਸੇ ਤਰ੍ਹਾਂ ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ, ਜਿਹਨੂੰ ਅਸੀਂ ਨਿਰਗੁਣ ਕਹਿੰਦੇ। ਦੂਸਰਾ ਬਚਨ ਮਹਾਰਾਜ ਜੀ ਨੇ ਕੀਤਾ, ਦੂਸਰ ਰੂਪ ਗ੍ਰੰਥ ਹੈ ਮੋਰ। ਦੂਸਰਾ ਮੇਰਾ ਜਿਹੜਾ ਰੂਪ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਪਿਆਰਿਓ, ਭਾਈ ਨੰਦ ਲਾਲ ਸਾਹਿਬ ਨੂੰ ਮਹਾਰਾਜ ਕਹਿ ਰਹੇ, ਦੂਸਰ ਰੂਪ ਗ੍ਰੰਥ ਹੈ ਮੋਰ। ਮਹਾਰਾਜ ਕਹਿੰਦੇ ਦੂਜਾ ਰੂਪ ਜਿਹੜਾ ਹੈ ਵਾਹਿਗੁਰੂ, ਇਹ ਗੁਰੂ ਗ੍ਰੰਥ ਸਾਹਿਬ ਹੈ। ਦੂਸਰਾ ਰੂਪ ਗ੍ਰੰਥ ਜੀ ਜਾਨ, ਵਾਹਿਗੁਰੂ ਇਹ ਤੋਂ ਕਹਿ ਦੂਸਰਾ ਰੂਪ ਗ੍ਰੰਥ ਜੀ ਜਾਨ। ਇਨੂੰ ਅੰਗ ਮੇਰੋ ਕਰਮਾਨ, ਰੋਮ ਰੋਮ ਅਛਰ ਸੋ ਲਹੋ, ਬਾਤ ਜਥਾਰਥ ਤੁਮ ਸੋ ਕਹੋ। ਜੋ ਸਿ ਗੁਰ ਦਰਸ਼ਨ ਕੀ ਚਾਹੈ, ਦਰਸ਼ਨ ਕਰੈ ਗ੍ਰੰਥ ਜੀ ਆਹੈ। ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਨ ਪ੍ਰਦਖਣਾ ਕਰੈ ਸੁਜਾਨ।
ਜੋ ਮਮ ਸਾਥ ਕਰਨ ਚੈ ਬਾਤ, ਗ੍ਰੰਥ ਜੀ ਪੜ੍ਹੈ ਵਿਚਾਰੇ ਸਾਥ। ਮਹਾਰਾਜ ਕਹਿੰਦੇ ਜਿਹਨੂੰ ਦਰਸ਼ਨਾਂ ਦੀ ਚਾਂਗ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਦੀ ਇਸ਼ਨਾਨ ਕਰਕੇ ਦਰਸ਼ਨ ਕਰੇ, ਪਾਠ ਕਰੇ। ਤੇ ਅਗਲਾ ਸਵਾਲ ਸੀ, ਨਿਰਗੁਣ ਵੀ ਹੈ, ਸ਼ਬਦ ਵੀ ਹੈ, ਤੇ ਜਿਹੜਾ ਜੇ ਇਸ ਰੂਪ ਵਿੱਚ ਦੇਖਣਾ ਹੋਵੇ, ਜਿਹੜਾ ਤੁਹਾਡਾ ਮਹਾਰਾਜ ਹੁਣ ਸਵਰੂਪ ਹੈ, ਕਹਿਣ ਲੱਗੇ ਸਦਾ ਲਈ ਰਹੇਗਾ। ਮਹਾਰਾਜ ਸਰੀਰ ਤਾਂ ਬਿਨ ਸੰਹਾਰ ਹੈ। ਹਜ਼ੂਰ ਕਹਿੰਦੇ ਨੰਦ ਲਾਲ, ਆ ਜਿਹੜਾ ਮੇਰਾ ਤੂੰ ਸਵਰੂਪ ਦੇਖ ਰਿਹਾ, ਇਹ ਜਿੰਨੀ ਦੇਰ ਤੱਕ ਇਨਸਾਨ ਇਸ ਧਰਤੀ ਤੇ ਰਹੇਗਾ। ਮਹਾਰਾਜ ਕਿਵੇਂ? ਕਹਿਣ ਲੱਗੇ ਜਿਹੜੇ ਸਿੱਖ ਦਿਨ ਰਾਤ ਗੁਰਬਾਣੀ 'ਚ ਰੱਤੇ ਰਹਿਣਗੇ, ਉਹਨਾਂ ਰੰਗ ਰਤੜਿਆਂ ਦੇ ਚਿਹਰੇ ਦੇਖੀ, ਉਹਨਾਂ ਵਿੱਚੋਂ ਮੇਰੇ ਦੀਦਾਰ ਹੋਣਗੇ। ਇਹ ਸਦਾ ਲਈ ਰਹੇਗਾ। ਮੈਂ ਅੱਜ ਕਿਉਂਕਿ ਆਪਾਂ ਬਾਬਾ ਜੀ ਦਾ ਜ਼ਿਕਰ ਥੋੜਾ ਜਿਹਾ ਕਰਕੇ ਜਾਣਾ, ਮਹਾਰਾਜ ਕਹਿੰਦੇ ਤੀਸਰਾ ਰੂਪ ਮੇਰਾ ਸਿੱਖ ਹੈ। ਤੀਸਰਾ ਰੂਪ ਜਿਹੜਾ ਹੈ, ਤੀਸਰਾ ਰੂਪ ਸਿੱਖ ਹੈ। ਮੋਰ ਗੁਰਬਾਣੀ ਰਤ ਨਿਸ ਅਰ ਭੋਰ, ਜਿਹੜਾ ਦਿਨ ਰਾਤ ਬਾਣੀ ਚ ਰੱਤਾ ਹੋਇਆ, ਉਹ ਮੇਰਾ ਆਪਣਾ ਰੂਪ ਹੈ। ਪਰ ਇਸ ਨੂੰ ਫਿਰ ਸੁਣਿਓ, ਅਰੂਪ ਹੈ, ਅਭੇਦ ਹੈ। ਉਹ ਕਦੀ ਵੀ ਗੁਰੂ ਤੋਂ ਵੱਖਰੀ ਆਪਣੀ ਹੋਂਦ ਨਹੀਂ ਕਾਇਮ ਕਰਦਾ। ਉਹ ਗੁਰੂ ਵਿੱਚ ਸਮਾਇਆ ਹੈ ਨਾ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਜਨਮ ਆਪ ਸਭ ਨੂੰ ਪਤਾ ਹੈ, ਪਰ ਫਿਰ ਵੀ ਜਿਸ ਦਿਨ ਉਹਨਾਂ ਦਿਹਾੜਾ ਹੈ, ਇਤਿਹਾਸ ਦਾ ਜ਼ਿਕਰ ਕਰਨਾ, ਆਪ ਜੀ ਦੇ ਨਜ਼ਦੀਕ ਪਿੰਡ ਪਾਹੋਵਿੰਡ ਵਿਖੇ ਹੋਇਆ ਹੈ। ਬਾਬਾ ਜੀ ਦੇ ਸਨਮਾਨਯੋਗ ਪਿਤਾ ਜੀ ਦਾ ਨਾਮ ਭਾਈ ਭਗਤਾ ਹੈ। ਉਹਨਾਂ ਦੇ ਸਨਮਾਨਯੋਗ ਮਾਤਾ ਜੀ ਦਾ ਨਾਮ ਮਾਤਾ ਜਿਉਣੀ ਹੈ। ਗੁਰਸਿੱਖੀ ਦੀ ਬਖਸ਼ੀਸ਼ ਘਰ ਦੇ ਵਿੱਚ ਹੈ। ਨਾਮ ਰੱਖਿਆ ਗਿਆ ਬੱਚੇ ਦਾ ਦੀਪ। ਹਾਲਾਂਕਿ ਉਹਨਾਂ ਦੇ ਜਨਮ ਸਾਲ ਦੇ ਸੰਬੰਧ ਵਿੱਚ ਜੋ ਮਰਜ਼ੀ ਕੋ ਕਹੀ ਜਾਏ, ਉਸ ਸੰਬੰਧੀ ਕਾਫੀ ਮਤਭੇਦ ਨੇ। ਪਰ ਜਿਵੇਂ ਅਸੀਂ ਕਹਿੰਦੇ ਆ 75 ਸਾਲ ਦੀ ਉਮਰ, ਇੰਨੀ ਸਾਲ ਦੀ ਉਮਰ ਸ਼ਹੀਦ ਹੋਏ, ਫਿਰ ਇਤਿਹਾਸਕਾਰ ਕੀ ਕਰਦੇ ਨੇ, ਸ਼ਹਾਦਤ ਵਾਲੀ ਤਰੀਕ ਤੋਂ ਪਿਛਾਂ ਨੂੰ ਗਿਣਨਾ ਸ਼ੁਰੂ ਕਰਦੇ ਆ ਵੀ ਜੇ 75 ਹੋਣਗੇ, ਉਹ ਇਸ ਢੰਗ ਨਾਲ 1680 82 ਦੇ ਲਾਗੇ ਚਾਗੇ ਦੀ ਗੱਲ ਕਰਦੇ ਆ ਜੀ। ਮੈਂ ਆਪ ਨੂੰ ਬੇਨਤੀ ਕਰਾਂ ਕਿ ਉਹਨਾਂ ਦਾ ਜਨਮ ਪਿੰਡ ਪਾਹੋਵਿੰਡ ਹੋਇਆ। ਪਿਤਾ ਜੀ ਬਾਬਾ ਭਗਤਾ ਜੀ, ਮਾਤਾ ਜਿਉਣੀ ਜੀ। ਇੱਥੋਂ ਪਰਿਵਾਰ ਸ਼੍ਰੀ ਆਨੰਦਪੁਰ ਸਾਹਿਬ ਗਿਆ। ਉੱਥੋਂ ਅੰਮ੍ਰਿਤ ਦੀ ਦਾਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਲਈ ਜੀ। ਦੀਪ ਤੋਂ ਨਾਮ ਦੀਪ ਸਿੰਘ ਬਣ ਗਿਆ। ਮਾਤਾ ਪਿਤਾ ਜੀ ਕੁਝ ਸਮਾਂ ਆਨੰਦਪੁਰ ਸਾਹਿਬ ਟਿਕੇ। ਪਰਿਵਾਰ ਵਾਪਸ ਆ ਗਿਆ। ਸਨਮਾਨਯੋਗ ਬਾਬਾ ਦੀਪ ਸਿੰਘ ਜੀ ਜਿਹੜੇ ਨੇ, ਉਹ ਆਨੰਦਪੁਰ ਸਾਹਿਬ ਜੀ ਟਿਕ ਗਏ। ਉੱਥੇ ਉਹਨਾਂ ਨੇ ਗੁਰਬਾਣੀ, ਫਾਰਸੀ, ਅਰਬੀ ਜ਼ਬਾਨ ਦਾ ਵੀ ਉੱਥੇ ਤਾਲੀਮ ਲਈ। ਘੋੜਸਵਾਰੀ, ਸ਼ਸਤਰ ਵਿਦਿਆ, ਇਹ ਸਾਰੀ ਤਾਲੀਮ ਜਿਹੜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਲਈ। ਇੰਨੀ ਉਹ ਸਮਰਪਿਤ ਹੋ ਗਏ। ਇੱਕ ਗ੍ਰੰਥ ਵਿੱਚ ਮੈਂ ਪੜ੍ਹਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਸਿੱਖਾਂ ਦੇ ਵਿੱਚ ਸ਼ੁਮਾਰ ਹੋ ਗਏ। ਬਾਬਾ ਦੀਪ ਸਿੰਘ ਜੀ ਹਜ਼ੂਰੀ ਸਿੱਖਾਂ ਵਿੱਚ। ਮੈਂ ਬੇਨਤੀ ਕਰਾਂ ਕਿ ਉਸ ਵਕਤ ਬਹੁਤ ਮੁਸੀਬਤ ਭਰੇ ਸਮੇਂ ਵੀ ਆਏ। ਕੁਝ ਵਿਦਵਾਨ ਪੁਰਖ ਕਹਿੰਦੇ ਆ ਕਿ ਬਾਬਾ ਜੀ ਨੂੰ ਉਹਨਾਂ ਦੇ ਪਿੰਡ ਤੋਰ ਦਿੱਤਾ ਹਜ਼ੂਰ ਨੇ, ਤੁਸੀਂ ਪ੍ਰਚਾਰ ਕਰੋ। ਪਰ ਜਦੋਂ ਸਾਰੀਆਂ ਘਟਨਾਵਾਂ ਵਾਪਰ ਗਈਆਂ, ਚਮਕੌਰ ਸਾਹਿਬ ਦਾ ਸਾਕਾ, ਸਰਹੰਦ ਦਾ ਸਾਕਾ, ਹਜ਼ੂਰ ਦਮਦਮਾ ਸਾਹਿਬ ਆਏ। ਉੱਥੇ ਸਨਮਾਨਯੋਗ ਭਾਈ ਮਨੀ ਸਿੰਘ ਜੀ ਵੀ, ਬਾਬਾ ਦੀਪ ਸਿੰਘ ਜੀ ਵੀ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਨੇ। ਆਪ ਸਭ ਨੂੰ ਪਤਾ ਹੈ, ਉੱਥੇ ਸਤਿਗੁਰਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਮੁਕੰਮਲ ਕੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਾਈ। ਉੱਥੇ ਫਿਰ ਸਤਿਗੁਰਾਂ ਨੇ 48 ਗੁਰਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਬੋਧ ਸੁਣਾਏ ਜਾਂ ਅਰਥ ਸੁਣਾਏ। ਉਹਨਾਂ ਵੀ ਸਨਮਾਨਯੋਗ ਬਾਬਾ ਦੀਪ ਸਿੰਘ ਜੀ ਵੀ ਨੇ। ਜਦੋਂ ਹਜ਼ੂਰ ਇੱਥੋਂ ਚੱਲਦੇ ਨੇ ਅੱਗੇ ਨੂੰ, ਤੇ ਖਾਸ ਕਰਕੇ ਜੋ ਰਵਾਇਤ ਪਰੰਪਰਾ ਹੈ ਕਿ ਦਮਦਮੀ ਅਰਥਾਂ ਦੀ ਟਕਸਾਲ ਦੀ ਪ੍ਰਾਰੰਭਤਾ ਹੁੰਦੀ ਹੈ। ਉੱਥੇ ਬਾਬਾ ਦੀਪ ਸਿੰਘ ਜੀ ਦੀ ਜੋ ਸੇਵਾ ਲਾਈ ਗਈ, ਉਹਦੇ ਵਿੱਚ ਪਹਿਲਾ ਕੰਮ ਇਹਨਾਂ ਨੂੰ ਜ਼ਿੰਮੇ ਸੀ ਕਿ ਵਿਦਿਆਰਥੀਆਂ ਨੂੰ ਵਿਦਿਆ ਪੜ੍ਹਾਉਣਾ। ਮਹਾਰਾਜ ਨੇ ਕਿਹਾ ਤੁਸੀਂ ਵਿਦਿਆਰਥੀਆਂ ਨੂੰ ਵਿਦਿਆ ਪੜ੍ਹਾਉਣੀ ਹੈ। ਦੂਸਰਾ ਸੀ ਜੀ
ਕਿ ਤੁਸੀਂ ਅੰਮ੍ਰਿਤ ਸੰਚਾਰ ਕਰਨੇ ਨੇ ਤੇ ਰਹਿਤ ਮਰਿਆਦਾ ਦੀ ਪਰਪੱਕਤਾ, ਰਹਿਤ ਮਰਿਆਦਾ ਦ੍ਰਿੜ ਕਰਾਣੀ ਹੈ। ਤੀਸਰਾ, ਗੁਰਬਾਣੀ ਦੀ ਕਥਾ ਕਰਨੀ ਹੈ ਤੇ ਪਿੰਡਾਂ ਵਿੱਚ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ। ਵਿਦਿਆ ਪੜ੍ਹਾਣੀ, ਅੰਮ੍ਰਿਤ ਸੰਚਾਰ ਕਰਾਣੇ, ਰਹਿਤ ਮਰਿਆਦਾ ਪਰਪੱਕ ਕਰਾਣੀ, ਗੁਰੂ ਗ੍ਰੰਥ ਸਾਹਿਬ ਦੀ ਕਥਾ ਸਿਖਾਣੀ, ਕਥਾ ਕਰਨੀ, ਅਰਥ ਬੋਧ ਦੱਸਣੇ, ਵਿਦਿਆਰਥੀਆਂ ਨੂੰ ਪੜ੍ਹਾਉਣਾ। ਚੌਥਾ ਕੰਮ ਕਿ ਜਦੋਂ ਪੰਥ ਤੇ ਭੀੜਾ ਆ ਜਾਏ ਤੇ ਤੁਸੀਂ ਪੰਥ ਦਾ ਸਾਥ ਦੇਣਾ। ਮੈਂ ਬੇਨਤੀ ਕਰਾਂ, ਹਜ਼ੂਰ ਸੱਚੇ ਪਾਤਸ਼ਾਹ ਚਲੇ ਗਏ, ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਟਿਕ ਗਏ। ਬਾਬਾ ਬੰਦਾ ਸਿੰਘ ਬਹਾਦਰ ਜੀ ਉਹ ਆਏ, ਉਹਨਾਂ ਨੇ ਆ ਕੇ ਵਜ਼ੀਰ ਖਾਨ ਨੂੰ ਜਦੋਂ ਸੋਧਾ ਲਾਇਆ, ਸਰਹੰਦ ਦੀ ਜਿੱਤ ਵਿੱਚ ਬਾਬਾ ਦੀਪ ਸਿੰਘ ਜੀ ਨੇ ਸ਼ਮੂਲੀਅਤ ਕੀਤੀ ਹੈ। ਚੱਪੜਚਿੜੀ ਦਾ ਮੈਦਾਨ ਜਦੋਂ ਸਰਹੰਦ ਫਤਿਹ ਕੀਤੀ, ਰਤਨ ਸਿੰਘ ਭੰਗੂ ਨੇ ਜ਼ਿਕਰ ਵੀ ਕੀਤਾ, ਥੋੜਾ ਜਿਹਾ ਕੀਤਾ ਪੰਥ ਪ੍ਰਕਾਸ਼ ਵਿੱਚ, ਬਾਬਾ ਦੀਪ ਸਿੰਘ ਜੀ ਉਹ ਸ਼ਾਮਿਲ ਹੈ। ਮੈਂ ਬੇਨਤੀ ਕਰਾਂ, ਬਾਬਾ ਬੰਦਾ ਸਿੰਘ ਬਹਾਦਰ ਆਨੰਦਪੁਰ ਸਾਹਿਬ ਗਏ। ਇੱਕ ਵਿਦਵਾਨ ਕਹਿੰਦਾ 3 ਮਹੀਨੇ ਬਾਬਾ ਦੀਪ ਸਿੰਘ ਜੀ ਨੇ ਆਨੰਦਪੁਰ ਸਾਹਿਬ ਕਥਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸ ਵਕਤ ਸੰਗਤ ਵਿੱਚ ਬਾਬਾ ਦੀਪ ਸਿੰਘ ਜੀ ਲਈ ਬਹੁਤ ਸਨਮਾਨਿਤ ਸ਼ਬਦ ਵਰਤੇ ਕਿ ਇਹ ਗੁਰਸਿੱਖ ਨੇ, ਮਹਾਨ ਨੇ, ਇਹਨਾਂ ਦੀ ਰਸਨਾ ਤੇ ਸਤਿਗੁਰਾਂ ਦਾ ਨਿਵਾਸ ਹੈ। ਜਦੋਂ ਉਹਨਾਂ ਦੇ ਆਪਣੇ ਨਿੱਜੀ ਜੀਵਨ ਦੀ ਸਿਫਤ ਹੋਈ ਤੇ ਬਾਬਾ ਦੀਪ ਸਿੰਘ ਜੀ ਨੇ ਹੱਥ ਜੋੜ ਕੇ ਨਿਮਰਤਾ ਪੂਰਵਕ ਇਹ ਬੇਨਤੀ ਕੀਤੀ ਜੀ ਕਿ ਇਹ ਸਾਰੀਆਂ ਬਖਸ਼ਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਨੇ। ਉਹਨਾਂ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ। ਮੈਂ ਅਰਜ਼ ਕਰਾਂ, ਉਦੋਂ ਫਿਰ ਬਖੇੜਾ ਵੀ ਹੋਇਆ, ਬਾਅਦ ਵਿੱਚ ਬੰਦਈ ਖਾਲਸਾ, ਤਤ ਖਾਲਸਾ। ਮੁੱਕਦੀ ਗੱਲ ਕੀ, ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਏ, ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਟਿਕ ਗਏ। ਉਹਨਾਂ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਉਣਾ, ਗੁਰੂ ਗ੍ਰੰਥ ਸਾਹਿਬ ਦੀ ਸੰਥਿਆ, ਕੀਰਤਨ, ਪਾਠ, ਅੰਮ੍ਰਿਤ ਸੰਚਾਰ। ਮੈਂ ਕਹਿੰਦਾ ਜਿੱਥੇ 18 ਸੇਰ ਦਾ ਖੰਡਾ ਚਲਾਉਣ ਵਾਲਾ ਗੁਰਸਿੱਖ ਹੈ, ਉਸੇ ਹੱਥ ਨਾਲ ਕਲਮ ਦੀ ਕਾਨੀ ਪਕੜੀ, ਕਲਮ ਪਕੜੀ ਤੇ 4 ਗੁਰੂ ਗ੍ਰੰਥ ਸਾਹਿਬ ਦੇ ਸਵਰੂਪਾਂ ਦਾ ਉਤਾਰਾ ਕੀਤਾ। 4 ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਬਾਬਾ ਦੀਪ ਸਿੰਘ ਜੀ ਨੇ ਲਿਖੇ ਗੁਰਮੁਖੀ ਲਿਪੀ ਵਿੱਚ। ਮੈਂ ਆਪ ਨੂੰ ਪਹਿਲਾਂ ਬੇਨਤੀ ਇਸ਼ਾਰਾ ਕਰ ਚੁੱਕਾ ਕਿ ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਨਿਸ ਅਰ ਭੋਰ। 4 ਸਵਰੂਪ ਗੁਰੂ ਗ੍ਰੰਥ ਸਾਹਿਬ ਦੇ ਖਸਤਾਂ ਨਾਲ ਲਿਖ ਕੇ 4 ਤਖਤਾਂ ਦੇ ਉੱਤੇ ਭੇਜੇ। ਇੱਕ ਰਵਾਇਤ ਹੈ, ਕਿਹਾ ਜਾਂਦਾ ਹੈ ਕਿ ਇੱਕ ਸਵਰੂਪ ਬਾਬਾ ਜੀ ਨੇ ਅਰਬੀ ਵਿੱਚ ਲਿਖਿਆ ਹੈ। ਚਲੋ ਕਈ ਸੱਜਣ ਫਾਰਸੀ ਸ਼ਬਦ ਵਰਤਦੇ, ਅਰਬੀ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖ ਕੇ ਅਰਬ ਵਿੱਚ ਭੇਜਿਆ ਹੈ। ਹੁਣ ਕਿੰਨੇ ਵੱਡੇ ਵਿਦਵਾਨ ਨੇ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ, ਇਸ ਬਾਣੀ ਨੂੰ ਜਿਹੜੀ ਗੁਰਮੁਖੀ ਸਕ੍ਰਿਪਟ ਵਿੱਚ ਹੈ, ਗੁਰਮੁਖੀ ਲਿਪੀ ਵਿੱਚ ਹੈ, ਉਹਨੂੰ ਅਰਬਿਕ ਵਿੱਚ ਲਿਖ ਦੇਣਾ, ਅਰਬੀ ਵਿੱਚ ਲਿਖ ਦੇਣਾ। 1-2 ਅੰਗ ਹੋਵੇ ਗੱਲ ਵੱਖਰੀ, ਪੂਰੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਅਰਬੀ ਵਿੱਚ ਲਿਖਣਾ। ਬਾਬਾ ਜੀ ਕਿੱਡੇ ਕੁ ਵੱਡੇ ਅਰਬੀ ਦੇ ਵਿਦਵਾਨ ਨੇ। ਇਹ ਮੈਂ ਫਿਰ ਅਰਜ਼ ਕੀਤੀ, ਕਹਿਣਾ ਸੌਖਾ ਹੈ ਕਿ ਅਰਬੀ 'ਚ ਲਿਖ ਦਿੱਤਾ। ਅਸੀਂ ਕਥਾ ਕਰਨੇ ਆ, ਜਿੰਨੇ ਮਰਜੀ ਸੰਸਾਰ ਕਹੀ ਜਾਏ, ਇੱਕ ਦੂਜੇ ਨੂੰ ਮਹਾਨ ਮੰਨ, ਅਰਬੀ ਦੀ ਪਕੜ, ਫਾਰਸੀ ਦੀ ਪਕੜ। ਤੇ ਹਾਲਾਂਕਿ ਆਪ ਸਭ ਨੂੰ ਪਤਾ ਹੈ ਵੀ ਖਾਸ ਕਰਕੇ ਸੰਸਕ੍ਰਿਤ ਤੇ ਫਾਰਸੀ, ਅਰਬੀ, ਇਹਦਾ ਮੂਲ ਬੇਸਿਕ ਲਫ਼ਜ਼ਾਂ ਦੀ ਪਹਿਚਾਨ, ਅੱਖਰਾਂ ਦੀ ਪਹਿਚਾਨ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੇ ਤੋਂ ਬਿਨਾਂ ਗੁਰਬਾਣੀ ਦੇ ਅਰਥ ਨਹੀਂ ਖੁੱਲ ਸਕਣਗੇ। ਹੁਣ ਜਿਵੇਂ ਪਹਿਲੀ ਪੌੜੀ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਸ਼ਬਦ ਅਰਬੀ ਦਾ ਹੈ ਤੇ ਰਜਾਈ ਸ਼ਬਦ ਫਾਰਸੀ ਦਾ ਹੈ। ਇਹ ਦੋਨੋਂ ਸ਼ਬਦ ਪਹਿਲੀ ਪੌੜੀ 'ਚ ਆ ਗਏ। ਮੈਂ ਇੱਕ ਦਿਨ ਅਰਜ਼ ਕੀਤੀ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਏ। ਇਹ ਓਮੀ ਸ਼ਬਦ ਅਰਬੀ ਦੇ ਉਮ ਸ਼ਬਦ ਤੋਂ ਬਣੇ। ਮੇਰੇ ਕਹਿਣ ਤੋਂ ਮੁਰਾਦ ਬੇਸਿਕ ਜਿਹੜੇ ਸ਼ਬਦ ਨੇ ਉਹਨਾਂ ਦੀ ਅਰਥਾਂ ਲਈ ਉਸ ਭਾਸ਼ਾ ਦੇ ਜਿਹੜੇ ਖਰੂਫ ਨੇ, ਉਹਦੀ ਲਿਪੀ ਨੂੰ ਅਸੀਂ ਵਰਨਮਾਲਾ ਕਹਿ ਲਓ, ਸਿੱਧੀ ਗੱਲ ਆਪਾਂ 35 ਕਹਿੰਦੇ ਹਾਂ, ਉਹਨਾਂ ਦੀ ਥੋੜੀ ਬਾਤੀ ਬੇਸਿਕ ਪਹਿਚਾਨ ਹੋਣੀ ਬਹੁਤ ਜ਼ਰੂਰੀ ਹੈ। ਪਰ ਜੇ ਅੰਦਰ ਚਾਹ ਹੋਵੇਗਾ, ਹੁਣ ਆਪ ਸਭ ਨੂੰ ਪਤਾ ਹੈ ਫਾਰਸੀ ਵਿੱਚ ਜਿਵੇਂ, ਚਲੋ ਉਰਦੂ ਕਹਿੰਦੇ ਆ, ਉਰਦੂ ਤਾਂ ਲਸ਼ਕਰੀ ਜ਼ਬਾਨ ਹੈ,
ਉਰਦੂ ਦਾ ਅਰਥ ਤੰਬੂ ਵੀ ਹੁੰਦਾ ਹੈ। ਇਹ ਜਦੋਂ ਆਪਸ ਵਿੱਚ ਵਪਾਰੀ ਮਿਲਦੇ ਸਨ, ਉਹ ਪੱਛਮ ਤੋਂ ਆਏ ਫਾਰਸੀ ਬੋਲਦੇ ਸਨ, ਇੱਧਰ ਵਾਲੇ ਹਿੰਦਵੀ ਬੋਲਦੇ ਸਨ, ਇਹਨਾਂ ਦੇ ਮਿਲਾਪ ਹੋ ਗਿਆ, ਉਰਦੂ ਬਣ ਗਿਆ। ਇਹਨੂੰ ਰੇਖਤਾ ਵੀ ਕਿਹਾ ਗਿਆ, ਡਿੱਗੀ ਹੋਈ ਭਾਸ਼ਾ। ਖੈਰ, ਮੈਂ ਬੇਨਤੀ ਕਰਾਂਗਾ ਕਿ ਬਾਬਾ ਦੀਪ ਸਿੰਘ ਜੀ, ਦੇਖੋ ਹੁਣ ਜਦੋਂ ਅਸੀਂ ਗੁਰਮੁਖੀ ਪੜ੍ਹਨੇ ਆ, ਇੱਕ ਜੱਜਾ ਬੋਲਨੇ ਆ, ਇੱਕ ਯਈਆ ਬੋਲਨੇ ਆ, ਹਨਾ। ਤੇ ਜਦੋਂ ਫਾਰਸੀ ਦੇਖੋਗੇ, ਇੱਕ ਜੀਮ ਹੈ, ਜ਼ਾਲ ਹੈ, ਜ਼ਵਾਦ ਹੈ, ਜ਼ੋਏ ਹੈ, ਜ਼ੇਕ ਹੈ, ਕਿੰਨੀ ਸਾਊਂਡ ਜੱਜੇ ਨਾਲ ਸੰਬੰਧਿਤ ਹੈ। ਮੈਂ ਕਹਿੰਦਾ ਬਾਬਾ ਦੀਪ ਸਿੰਘ ਏਡੇ ਮਹਾਨ ਵਿਦਵਾਨ, ਹੁਣ ਕਿਹੜਾ ਸ਼ਬਦ ਇਹ ਉਹਨਾਂ ਲਈ ਵਰਤਾਂ। ਜਦੋਂ ਅਸੀਂ ਖੰਡੇ ਦੀ ਗੱਲ ਕਰਨੇ ਆ, ਉਹਦੇ ਵਰਗਾ ਸੱਚੀ ਮੁੱਚੀ ਖੰਡਾ ਵਾਹਣ ਵਾਲਾ ਕੋਈ ਨਹੀਂ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਦੀ ਗੱਲ ਚੱਲਦੀ, ਉਹਦੇ ਵਰਗਾ ਕਲਮ ਚਲਾਉਣ ਵਾਲਾ ਵੀ ਕੋਈ ਨਹੀਂ। ਉਹ ਕਲਮ ਕੇ ਵੀ ਧਨੀ ਹੈ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਰਬੀ ਵਿੱਚ ਲਿਖਿਆ, ਅਰਬ ਵਿੱਚ ਭੇਜਿਆ। ਜਦੋਂ 12 ਜਥੇ ਸਾਡੇ ਬਣੇ, ਜਿਨ੍ਹਾਂ ਨੂੰ ਅਸੀਂ ਮਿਸਲਾਂ ਕਹਿੰਦੇ ਆ, 12 ਮਿਸਲਾਂ ਵਿੱਚੋਂ ਜਿਹੜੀ ਸ਼ਹੀਦਾਂ ਦੀ ਮਿਸਲ ਹੈ, ਉਹਦੇ ਮੁਖੀ ਜਿਹੜੇ ਪਹਿਲੇ ਨੇ, ਧੰਨ ਧੰਨ ਬਾਬਾ ਦੀਪ ਸਿੰਘ ਬਣੇ ਨੇ। ਉਹ ਸ਼ਹੀਦ ਮਿਸਲ ਦੇ ਮੁਖੀ ਵੀ ਨੇ ਬਾਬਾ ਦੀਪ ਸਿੰਘ ਜੀ। ਸਮਾਂ ਆਇਆ, ਉਹਨਾਂ ਨੇ ਕਲਮ ਚਲਾਈ, ਪ੍ਰਚਾਰ ਕੀਤਾ। ਇੰਨਾ ਜੀਵਨ ਪਵਿੱਤਰ ਪਿਆਰਿਓ, ਜਿਹੜਾ ਗੁਰਬਾਣੀ ਨਾਲ ਰਤਿਆ ਹੈ, ਰਹਿੰਦੀ ਦੁਨੀਆ ਤੱਕ ਜਿੰਨੀ ਗੁਰੂ ਦੀ ਸਿਫਤ ਹੁੰਦੀ ਹੈ, ਗੁਰੂ ਨਾਲ ਜੁੜੇ ਦੇ ਵੀ ਉਨੀ ਹੁੰਦੀ ਹੈ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਧੰਨ ਧੰਨ ਸੋ ਗੁਰਸਿੱਖ ਕਹੀਐ, ਜੋ ਸਤਿਗੁਰ ਚਰਨੀ ਜਾਏ ਪਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਤਿਆ। ਜਨ ਨਾਨਕ ਧੂੜ ਮੰਗੈ, ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਬਾਬਾ ਦੀਪ ਸਿੰਘ ਜੀ, ਉਹਨਾਂ ਨੇ ਜਦੋਂ ਹਰਮੰਦਰ ਸਾਹਿਬ ਤੇ ਹਮਲਾ ਕਰਦਾ, ਦੁਰਾਨੀ ਅਹਿਮਦ ਸ਼ਾਹ ਦੁਰਾਨੀ ਅਬਦਾਲੀ, ਉਹਦੀ ਇੱਛਾ ਵੀ ਹਰਮੰਦਰ ਸਾਹਿਬ ਨੂੰ ਖਤਮ ਕੀਤਾ ਜਾਏ, ਸਰੋਵਰ ਪੂਰ ਦਿੱਤਾ ਗਿਆ ਜਹਾਨ ਖਾਨ। ਪਰ ਬਾਬਾ ਜੀ ਨੂੰ ਖਬਰ ਮਿਲਦੀ ਹੈ, ਭਾਵੇਂ ਆਪ ਜੀ ਮਨਾ ਤਾਂ ਜਨਮ ਦਿਨ ਹੀ ਰਹੇ ਨਾ। ਤੇ ਮੈਂ ਰਾਤ ਸ਼ਹੀਦਾਂ ਵੀ ਤੇ ਇੱਕ ਗੱਲ ਕਹੀ ਸੀ ਕਿ ਯਾਦ ਰੱਖਿਓ ਕਿ ਕੁਝ ਸ਼ਖਸੀਅਤਾਂ ਐਸੀਆਂ ਨੇ, ਉਹਨਾਂ ਦੀ ਜ਼ਿੰਦਗੀ ਦੀ ਕਿਸੇ ਵੀ ਘਟਨਾ ਦਾ ਜ਼ਿਕਰ ਕਰੋ, ਉਹਨਾਂ ਦੀ ਸ਼ਹਾਦਤ ਤੋਂ ਬਿਨਾਂ ਉਹਨਾਂ ਦੀ ਗੱਲ ਮੁਕੰਮਲ ਨਹੀਂ ਹੁੰਦੀ। ਇਸ ਤਰ੍ਹਾਂ ਹੈ ਜੀ। ਤੁਸੀਂ ਭਾਈ ਮਨੀ ਸਿੰਘ ਜੀ ਦਾ ਜ਼ਿਕਰ ਕਰੋ, ਜਨਮ ਮਨਾਓ, ਪਰ ਬੰਦ ਕੱਟਣ ਦੀ ਗੱਲ ਸਾਹਮਣੇ ਆ ਜਾਏਗੀ। ਭਾਈ ਤਾਰੂ ਸਿੰਘ ਜੀ ਲੰਗਰ ਛਕਾਉਂਦੇ ਆ, ਤੇ ਮੈਂ ਕੱਲ ਪਾਉ ਪਿੰਡ ਕਿਹਾ ਕਿ ਨੇੜੇ ਪੂਲਾ ਪਿੰਡ ਨੇੜੇ ਹੈ ਨਾ ਪਾਉ ਪਿੰਡ ਦੇ। ਮੈਂ ਕਿਹਾ ਇਸ 2 ਪਿੰਡਾਂ ਦੇ ਸਿੱਖਾਂ ਨੇ ਵੱਖਰਾ ਹੀ ਪਰਨ ਕੀਤਾ, ਇਹਨਾਂ ਦੋਨਾਂ ਨੇ ਮੌਤ ਨੂੰ ਚੈਲੰਜ ਕੀਤਾ। ਬਾਬਾ ਦੀਪ ਸਿੰਘ ਕਹਿੰਦੇ ਨੇ, ਮੈਂ ਓਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਹਰਮੰਦਰ ਦਰਬਾਰ ਸਾਹਿਬ ਨਹੀਂ ਪਹੁੰਚ ਜਾਂਦਾ, ਨਹੀਂ ਮਰਨਾ। ਚੈਲੰਜ ਹੈ ਨਾ। ਮੈਂ ਉਹਨਾਂ ਸਮਾਂ ਨਹੀਂ ਮਰਾਂਗਾ। ਇਹਦਾ ਮਤਲਬ ਜਿਹੜੀ ਮੌਤ ਨੂੰ ਕਹਿੰਦੇ ਆ ਕਦੀ ਵੀ ਆ ਸਕਦੀ ਹੈ। ਉਹ ਕਹਿੰਦਾ ਮੈਂ ਨਹੀਂ ਮਰਾਂਗਾ ਜਿੰਨੀ ਦੇਰ ਤੱਕ ਦਰਬਾਰ ਸਾਹਿਬ ਨਹੀਂ ਪਹੁੰਚ ਸਕਦਾ। ਤੇ ਭਾਈ ਤਾਰੂ ਸਿੰਘ ਕਹਿੰਦਾ, ਉਹ ਜ਼ਕਰੀਆ ਮੈਂ ਓਨੀ ਦੇਰ ਤੱਕ ਨਹੀਂ ਮਰਨਾ ਜਿੰਨੀ ਦੇਰ ਤੱਕ ਤੇਰੀ ਮੌਤ ਨਹੀਂ ਹੁੰਦੀ। ਇਹ ਦੋਵੇਂ ਘਟਨਾਵਾਂ ਸੱਤ ਨੇ। ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਦਾ ਹੈ ਕੋਈ ਸਿੰਘ ਤੁਰਦੇ ਆ। ਯਾਦ ਰੱਖਿਓ, ਮੈਂ ਪਿਛਲੇ ਦਿਨ ਵੀ ਕਿਹਾ, ਪੰਜਾਬ ਦੀ ਧਰਤੀ ਦੀ ਤਸਵੀਰ ਐਸੀ ਹੈ, ਇੱਥੇ ਸਤਿਗੁਰਾਂ ਨੇ ਉਹ ਬਖਸ਼ਾਂ ਕਰ ਦਿੱਤੀਆਂ ਨੇ। ਇਸ ਸੰਬੰਧੀ ਕਦੀ ਕੋਈ ਭੁਲੇਖਾ ਨਾ ਰੱਖੇ। ਤੇ ਵੀ ਅਰਜ਼ ਕਰੀਏ, ਮਾਲਕ ਅੱਜ ਜਿਹੜਾ ਸ਼ਬਦ ਆਇਆ ਨਾ, ਜਿਨ ਤੂੰ ਭੇਜੇ ਤਿਨੇ ਬੁਲਾਏ, ਸੁਖ ਸਹਿ ਸੇਤੀ ਕਰ ਆਓ। ਮੈਂ ਤੇ ਕਹਿੰਦਾ ਸਤਿਗੁਰੂ, ਜਿਵੇਂ ਅੱਜ ਤੁਸੀਂ ਅਸੀਸ ਹੀ ਦਿੱਤੀ ਹੋ, ਬੈਠੇ ਹੋਏ ਸਿੱਖੋ, ਤੁਹਾਡੀਆਂ ਮੁਸੀਬਤਾਂ ਕੱਟੀਆਂ ਜਾਣਗੀਆਂ, ਤੁਸੀਂ ਘਰ ਵਾਪਸ ਜ਼ਰੂਰ ਆਓਗੇ। ਮੈਂ ਆਪ ਨੂੰ ਬੇਨਤੀ ਕਰਾਂ, ਪਰ ਮਰਿਆਦਾ ਨਾ ਛੱਡਿਓ। ਜਿਹੜਾ ਬੰਦਾ ਅਨੁਸ਼ਾਸਨ ਦੀ ਉਲੰਘਣਾ ਕਰਨ ਲੱਗ ਪਏਗਾ, ਛੇਤੀ ਕਾਮਯਾਬੀ ਨਹੀਂ ਹੁੰਦੀ। ਮੈਂ ਆਪ ਨੂੰ ਬੇਨਤੀ ਕਰਾਂ, ਬਾਬਾ ਜੀ ਕਿੰਨੇ ਕੁ ਜਣੇ ਸਨ ਜੀ, 8-7 ਸਿੰਘ ਜੀ ਦਮਦਮਾ ਸਾਹਿਬ, ਉੱਥੇ ਖਬਰ ਮਿਲੀ ਬਸ ਚੱਲ ਪਏ। ਇਹੀ ਤਾਂ ਬਖਸ਼ਿਸ਼ ਹੈ ਗੁਰੂ ਨਾਨਕ ਸਾਹਿਬ ਦੀ ਘਰ ਦੀ। ਤੇ ਕਦੀ ਮੈਂ ਨਿਰਾਸ਼ ਹੋ ਕੇ ਸ਼ਬਦ ਨਹੀਂ ਵਰਤੇ। ਜਿਵੇਂ ਆਪਾਂ ਬੜੇ ਸੁਣਦੇ ਰਹੇ ਵੀ ਜਵਾਨੀ ਖਤਮ ਹੋ ਗਈ, ਸਾਰੇ ਹੁਣ ਦੂਜੇ ਪਾਸੇ ਬੋਲਣ ਲੱਗ ਪਏ।
ਪਰ ਮੈਂ ਇੱਥੇ ਸਤਿਗੁਰੂ ਦੀ ਉਰੀ 'ਚ ਕੋਈ ਮੈਂ ਦਾਅਵਾ ਨਹੀਂ ਕਰ ਰਿਹਾ, ਮੈਂ ਤਾਂ ਇੰਨਾ ਆਸਵੰਦ ਖਾਂ ਸਾਰੇ ਖਤਮ ਹੋ ਜਾਣ, ਜੇ ਇੱਕ ਸਿੱਖ ਕਿਤੇ ਜਿਉਂਦਾ ਰਿਹਾ ਉਹ ਫਿਰ ਪੰਥ ਨੂੰ ਖੜਿਆਂ ਕਰ ਦੇਵੇਗਾ। ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ। ਇਹ ਕਿਸੇ ਦੀ ਬਣਾਈ ਕੋਈ ਪੋਲੀਟੀਕਲ ਪਾਰਟੀ ਨਹੀਂ। ਖਾਲਸਾ ਹੋਵੇ ਜਿਹਦੇ ਅੰਦਰ ਗੁਰੂ ਗੋਬਿੰਦ ਸਿੰਘ ਦਾ ਤੇਜ ਪ੍ਰਤਾਪ ਹੈ, ਤੇ ਪੰਥ ਹੋਵੇ ਜਿਹਦੀਆਂ ਜੜਾਂ ਗੁਰੂ ਦੇ ਸ਼ਬਦ ਤੇ ਖਲੋਤੀਆਂ ਨੇ, ਤੇ ਜਿਹਦੀਆਂ ਜੜਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਖੂਨ ਪਿਆ ਹੋਇਆ ਹੈ। ਕੇਵਲ ਇਮੋਸ਼ਨਲ ਕਰ ਲਈ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਘਰ ਦੀ ਬੇਅਦਬੀ ਸੁਣੀ, ਬਾਬਾ ਜੀ ਚੱਲੇ। ਪਿਆਰਿਓ, ਤਰਨ ਤਾਰਨ ਸਾਹਿਬ ਤੱਕ ਆਉਂਦਿਆਂ ਹਜ਼ਾਰਾਂ ਦੀ ਗਿਣਤੀ ਹੋ ਗਈ। ਵਾਹ ਵਾਹ, ਉਸ ਬਜ਼ੁਰਗ ਨੇ ਫਿਰ ਲਕੀਰ ਖਿੱਚੀ ਸਾਰੇ ਸਥਾਨ ਨੇ ਤੁਹਾਡੇ ਕੋਲ, ਵੀ ਉਹ ਆਇਓ ਮੇਰੇ ਪਿੱਛੇ ਜਿੰਨੇ ਮਰਨਾ ਹੈ। ਕਿਸੇ ਬੰਦੇ ਨੇ ਲੀਕ ਨੂੰ ਛੱਡਿਆ ਨਹੀਂ, ਸਾਰੇ ਟੱਪ ਗਏ, ਕੋਈ ਨਹੀਂ ਪਿੱਛੇ ਮੁੜਿਆ। ਪਿਆਰਿਓ, ਜਿਹੜੀ ਅਚਰਜ ਖੇਡ ਵਾਪਰੀ, ਮੈਂ ਕਹਿੰਦਾ ਜਿਸ ਨੌਜਵਾਨ ਨੇ ਬਾਬਾ ਜੀ ਨੂੰ ਵੰਗਾਰਿਆ, ਆਖਰ ਤਾਕਤ ਤਾਂ ਉਹਦੇ ਕੋਲ ਵੀ ਹੈ ਨਾ। ਇਹ ਵੰਗਾਰ ਦੇਣਾ ਮੇਰੇ ਸਾਹਮਣੇ ਆ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਉਹਦੀਆਂ ਬਾਹਾਂ 'ਚ ਤਾਕਤ ਬੜੀ, ਉਹਨੇ ਵੰਗਾਰਿਆ। ਸਨਮਾਨਯੋਗ ਬਾਬਾ ਦੀਪ ਸਿੰਘ ਤੇ ਇਕੱਠਾ ਜਦੋਂ ਸਾਂਝਾ ਵਾਰ ਕੀਤਾ, ਉਹਨਾਂ ਦੇ ਮੁਤਾਬਕ ਸਾਂਝੇ ਵਾਰ ਨਾਲ ਦੋਨਾਂ ਦੇ ਸਿਰ ਜ਼ਮੀਨ ਉੱਤੇ ਡਿੱਗ ਪਵੇ। ਚਲੀ ਤੇਗ ਅਤ ਬੇਗ ਸਿਉ ਦੂ ਕੇਰ ਬਲਧਾਰ, ਉਤਰ ਗਏ ਸੀਸ ਦੁਆ ਕੇ ਪਰਸ ਪਰੇ ਇਕਸਾਰ। ਪੰਥ ਪ੍ਰਕਾਸ਼ ਦੋਨਾਂ ਦੇ ਸੀਸ ਪਰ। ਮੈਂ ਇੱਥੇ ਕਹਿਣਾ ਹੁੰਨਾ, ਜਿੰਨੇ ਸਿਰ ਲਵਾਇਆ ਉਹ ਪਠਾਨ ਵੀ ਤਾਕਤ ਵਾਲਾ ਹੈ। ਉਹਦੇ 'ਚ ਇੰਨੀ ਤਾਕਤ ਉਹ ਬਾਹਾਂ ਨਾਲ ਸਿਰ ਲਾ ਸਕਦਾ ਹੈ, ਤੇ ਇਹਨਾਂ ਅੰਦਰੋਂ ਨਿਡਰਕ ਹੈ, ਸਿਰ ਲਵਾ ਸਕਦਾ ਹੈ। ਉਹਦੀ ਕਹਾਣੀ ਇੱਥੇ ਮੁੱਕ ਗਈ। ਪਰ ਬਾਬਾ ਦੀਪ ਸਿੰਘ ਉਹ ਗੁਰੂ ਦਾ ਨਵਾਜਾ ਸਿੱਖ ਹੈ, ਜਿਹੜਾ ਸਿਰ ਉਤਰੇ ਹੋਏ ਨੂੰ ਤਲੀ ਤੇ ਰੱਖ ਕੇ ਗੁਰੂ ਵੱਲ ਤੁਰ ਪੈਂਦਾ ਹੈ। ਇਹ ਪਠਾਨ ਕੋਲ ਨਹੀਂ, ਇਹ ਉਸ ਕੋਲ ਨਹੀਂ। ਉਸ ਮਹਾਨ ਗੁਰਸਿੱਖ ਨੂੰ ਜਿਨਨੇ ਸਾਰੀ ਜ਼ਿੰਦਗੀ ਬਾਣੀ ਨੂੰ ਸਮਰਪਿਤ ਰਹੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਉਂ ਕਹਿ ਲਵਾਂ ਜੀ ਗੁਰਬਾਣੀ ਬਣੀ ਹੈ, ਉਹ ਸਤਿਗੁਰੂ ਦੀ ਬਾਣੀ ਵਿੱਚ ਸਮਾਏ। ਐਸੇ ਗੁਰਸਿੱਖ, ਉਹਨਾਂ ਨੂੰ ਇਹੀ ਕਹਿਣਾ ਬਣਦਾ ਹੈ, ਆਪ ਲੀਏ ਲੜ ਲਾਏ ਦਰ ਦਰਵੇਸ਼ੇ, ਤਿੰਨ ਧਨ ਜਣੇਂਦੀ ਮਾਊ ਆਏ ਸਫਲ ਸੇ। ਅੱਜ ਕਹਿਣਾ ਬਣਦਾ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ, ਜਿਸ ਹਿਰਦੈ ਭਗਵੰਤ ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਮਨ ਕਾ ਏਕ ਹੈ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹੀ ਕਹਿਣਾ ਬਣੇਗਾ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਨ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ, ਸੱਚਾ ਸੁਖ ਸੱਚੀ ਵਡਿਆਈ, ਜਿਸ ਕੇ ਸੇ ਤਿਨ ਜਾਤੇ। ਐਸੇ ਮਹਾਨ ਗੁਰਸਿੱਖ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦੇ ਜਨਮ ਦਿਵਸ ਦੀ ਆਪ ਸਮੁੱਚੇ ਸੰਸਾਰ ਨੂੰ ਵਧਾਈ ਹੋਵੇ। ਆਓ ਇਸ ਅੰਮ੍ਰਿਤ ਬਚਨ ਦੀਆਂ ਤੁਕਾਂ ਅਖੀਰ ਫਿਰ ਸੁਣੀਏ, ਤੇ ਬੇਨਤੀ ਕਰੋ ਸਾਰੇ, ਕਿਉਂਕਿ ਮੈਂ ਕਿਸੇ ਦੇ ਕਹਿਣ ਤੇ ਨਹੀਂ, ਜਿੰਨੇ ਵੀ ਸਿੱਖ, ਜਿੰਨੇ ਹੋਰ ਵੀ ਸੱਜਣ ਜਿਹੜੇ ਆਪਣੀ ਮੰਜ਼ਿਲ ਤੇ ਪਹੁੰਚਣ ਲਈ, ਆਪਣੀ ਘਰ ਦੀ ਰਾਖੀ ਦੇ ਲਈ ਬੈਠੇ ਹੋਏ ਨੇ, ਉਹਨਾਂ ਲਈ ਸਾਰੇ ਅਰਦਾਸ ਕਰਿਆ ਕਰੋ, ਸਤਿਗੁਰੂ ਉਹਨਾਂ ਨੂੰ ਇੱਕ ਸੁਰਤਾ, ਇੱਕ ਸਾਰਤਾ, ਅਨੁਸ਼ਾਸਨ ਤੇ ਮਿਹਰ ਕਰੀ, ਉਹਨਾਂ ਨੂੰ ਕਾਮਯਾਬੀ ਬਖਸ਼ੀ। ਇਹ ਸਾਰੇ ਅਰਦਾਸ ਕਰਿਆ ਕਰੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੰਜੀ ਸਾਹਿਬ ਜੀ ਦੇ ਸਾਡੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਜੀ ਹੋਣੀ, ਸਮੁੱਚੇ ਗੁਰਮੁਖ ਪਿਆਰੇ ਪਾਠ ਕਰਨ ਵਾਲਿਆਂ ਦਾ ਧੰਨਵਾਦ। ਸਿੰਘ ਸਾਹਿਬ ਤਾਂ ਕਹਿੰਦੇ ਆ ਵੀ ਜਿੰਨੇ ਦਿਨ ਮਰਜ਼ੀ ਲਾਓ, ਪਰ ਸੰਗਤ ਦੀ ਸੇਵਾ ਬਾਹਰ ਕਰਨ ਵਾਸਤੇ ਜਾਣਾ ਪੈਂਦਾ, ਇਸ ਕਰਕੇ ਇੱਕ ਦਿਨ ਦੀ ਹਾਜ਼ਰੀ ਭਰੀਏ। ਆਓ ਅੱਜ ਸਤਿਗੁਰਾਂ ਦੇ ਚਰਨਾਂ ਵਿੱਚ ਫਿਰ ਅਰਦਾਸ ਕਰੀਏ। ਉਸ ਇਸ ਸ਼ਬਦ ਨੂੰ ਅਖੀਰਲੀਆਂ ਤੁਕਾਂ ਸਰਵਣ ਕਰੋ ਜੀ। ਜਿਨ ਕੇ ਜੀਉ ਤਿਨਹਿ ਫੇਰੇ, ਆਪੇ ਭਇਆ ਸਹਾਈ।
ਅਚਰਜ ਕੀਆ ਕਰਨੈ ਹਾਰੈ, ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।